ਕਿਤੇ ਇਸ਼ਾਰਾ ਤਾਂ ਨਹੀਂ ਕਿ ਕਿਸਾਨ ਆਗੂਆਂ ਦੇ ਵਿੱਚੋਂ ਹੀ ਕੋਈ ਸਿਆਸੀ ਪਾਰਟੀ ਨਿਕਲੂ। ਇਹ 'ਚ ਬੁੱਧੀਜੀਵੀ ਵੀ ਹੁੰਦੇ ਨੇ, ਅਸੀਂ ਉਹਨਾਂ ਨੂੰ ਟੇਕ ਕਰ ਸਕਦੇ ਹਾਂ ਵੀ ਆਹ ਬੰਦਾ ਸਾਡਾ ਇਲੈਕਸ਼ਨ ਲੜੂ ਜਾਂ ਕਿਵੇਂ ਵੀ ਆ, ਪਰ ਉਹ ਇਹ ਤਾਂ ਨਹੀਂ ਹੈ ਵੀ ਕਿਸਾਨ ਚੁਣਨਾ। ਅਸੀਂ ਕੀ ਕਦਮ ਚੁੱਕਣੇ ਚਾਹੀਦੇ ਨੇ ਕਿਸਾਨ ਜਥੇਬੰਦੀਆਂ ਨੂੰ ਆਮ ਲੋਕਾਂ ਦੇ ਵਿੱਚ ਜੋਸ਼ ਭਰਨ ਲਈ? ਮੈਂ ਕਦੇ ਅਕਾਲੀ ਕਾਂਗਰਸ ਨੂੰ ਵੋਟ ਨਹੀਂ ਪਾਈ, ਇਸੇ ਤੋਂ ਤੁਸੀਂ ਸਭ ਕੁਝ ਸਿੱਖ ਲਓ। ਮੈਂ ਵੀ ਇਹਨਾਂ ਦੀਆਂ ਗੱਡੀਆਂ 'ਚ ਭੁੱਕੀਆਂ ਸ਼ਰਾਬਾਂ ਪੀ ਕੇ ਚੜ੍ਹ ਸਕਦਾ ਸੀ। ਇਲਜ਼ਾਮ ਇਹ ਨੇ ਕਿ ਕਿਸਾਨਾਂ ਦੇ ਵਿੱਚ ਆਪਸੀ ਏਕਾ ਨਹੀਂ, ਕਿਸਾਨ ਦਾ ਕੰਮ ਨਹੀਂ ਆਉਂਦੇ ਹੈ ਕਿਸਾਨ ਜਿਹੜੇ ਨੇ ਜੇਕਰ ਕੋਈ ਧਰਨੇ ਦੇ ਵਿੱਚ ਆਪਣੀ ਲਗਾਤਾਰ ਹਾਜ਼ਰੀ। ਮੈਂ ਇਹਦਾ ਕਲੀਅਰ ਕਰਨਾ ਚਾਹੁੰਦਾ, ਪਹਿਲਾਂ ਤਾਂ ਸੰਯੁਕਤ ਮੋਰਚੇ ਨੂੰ ਐਤਕੀ ਇਹ ਮਤਾ ਪਾਉਣਾ ਚਾਹੀਦਾ ਤਾ ਵੀ ਜੀਰੀ ਦੀ ਫਸਲ ਲਾਉਣੀ ਨਹੀਂ ਚਾਹੀਦੀ ਸੀ। ਬੀਜੇਪੀ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਕਿ ਕਾਨੂੰਨ ਰੱਦ ਨਹੀਂ, ਹੁਣ ਕਿਸਾਨਾਂ ਦੀ ਡਿਮਾਂਡ ਇਹੀ ਕਿ ਕਾਨੂੰਨ ਰੱਦ ਕਰੋ। ਜੇ ਸਰਕਾਰਾਂ ਨਾਲ ਲੜਾਈ ਲੜਨੀ ਆ ਤਾਂ ਪੂਰਾ ਤਹੀਏ ਨਾਲੇ ਲੜਨੀ ਪਊ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰਾਈਡ ਪੰਜਾਬ ਟੀਵੀ ਤੇ ਤੁਹਾਡਾ ਸਾਰੇ ਦੋਸਤਾਂ ਮਿੱਤਰਾਂ ਦਾ ਸਵਾਗਤ। ਮੈਂ ਸੰਸਾਰਦੀਪ। ਦੋਸਤੋ, ਕਿਸਾਨੀ ਸੰਘਰਸ਼ ਚੱਲਦੇ ਨੂੰ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। 26 ਨਵੰਬਰ 2020 ਦਾ ਉਹ ਦਿਨ ਜਿਸ ਦਿਨ ਪੰਜਾਬ ਦੇ ਕਿਸਾਨ ਜਿਹੜੇ ਨੇ ਬੈਰੀਗੇਡ ਤੋੜਦੇ ਹੋਏ ਹਰਿਆਣੇ ਦੇ ਵਿੱਚ ਦਾਖਲ ਹੁੰਦੇ ਨੇ ਤੇ ਹਰਿਆਣੇ ਦੇ ਕਿਸਾਨਾਂ ਨੂੰ ਨਾਲ ਲੈ ਕੇ ਪੁਲਿਸ ਦੇ ਨਾਲ ਮੁਕਾਬਲਾ ਕਰਦੇ ਹੋਏ ਲੜਦੇ ਹੋਏ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਪਹੁੰਚ ਜਾਂਦੇ ਨੇ। ਉੱਥੇ ਪੱਕੇ ਮੋਰਚੇ ਲੱਗ ਜਾਂਦੇ ਨੇ। ਮੀਟਿੰਗਸ ਦਾ ਦੌਰ ਸਰਕਾਰ ਦੇ ਨਾਲ ਸ਼ੁਰੂ ਹੁੰਦਾ। ਮੰਗ ਕਿਸਾਨਾਂ ਦੀ ਉਹੀ ਕਿ ਜੋ ਖੇਤੀ ਕਾਨੂੰਨ ਸਰਕਾਰ ਨੇ ਬਣਾਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਸਰਕਾਰ ਦਾ ਇਹ ਕਹਿਣਾ ਕਿ ਖੇਤੀ ਕਾਨੂੰਨ ਨੇ ਜਿਹੜੇ ਕਿਸਾਨਾਂ ਦੇ ਲਾਹੇਵੰਦ ਨੇ, ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। 22-23 ਜਨਵਰੀ 2021 ਦੇ ਤੱਕ ਮੀਟਿੰਗ ਜਿਹੜੀ ਸਰਕਾਰ ਦੇ ਨਾਲ ਰੈਗੂਲਰ ਹੁੰਦੀ, 10-11 ਦੌਰ ਦੀ ਬਾਤਚੀਤ ਹੁੰਦੀ। ਕਿਸਾਨ ਅੜੇ ਹੋਏ ਨੇ ਕਿ ਕਾਨੂੰਨ ਰੱਦ ਕੀਤੇ ਜਾਣ। ਸਰਕਾਰ ਕਹਿੰਦੀ ਹੈ ਕਿ ਕਾਨੂੰਨ ਰੱਦ ਨਹੀਂ ਹੋ ਸਕਦੇ, ਕਾਨੂੰਨ ਦੇ ਵਿੱਚ ਸੋਧਾਂ ਹੋਣਗੀਆਂ। ਹੁਣ ਮੀਟਿੰਗਸ ਦਾ ਦੌਰ ਜਿਹੜਾ ਖਤਮ ਆ, ਸਰਕਾਰ ਵੱਲੋਂ ਬਾਰ-ਬਾਰ ਬਿਆਨ ਦਿੱਤੇ ਜਾਂਦੇ ਨੇ ਚਾਹੇ 6 ਮਹੀਨੇ ਕੀ 6 ਸਾਲ ਬੈਠੇ ਰਹੋ, ਕਾਨੂੰਨ ਰੱਦ ਨਹੀਂ ਹੋਣੇ। ਦੋ ਐਸੇ ਕਿਸਾਨ ਸਾਡੇ ਨਾਲ ਮੌਜੂਦ ਨੇ, ਬਾਈ ਬਲਵਿੰਦਰ ਹੋਣੀ ਨੇ ਪਿੰਡ ਚਰਨਾਥਲ ਕਲਾਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ, ਬਾਈ ਜਸਵੀਰ ਹੋਣੀ ਨੇ ਚਰਨਾਥਲ ਕਲਾਂ ਪਿੰਡ ਦੇ ਹੀ। ਸਮੇਂ-ਸਮੇਂ 'ਤੇ ਦਿੱਲੀ ਦੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ ਦੋਨੋਂ ਜਾਣੇ, ਤੇ ਹੋਰ ਬਰੂਹਾਂ 'ਤੇ ਜਿੱਥੇ ਵੀ ਫਤਿਹਗੜ੍ਹ ਸਾਹਿਬ ਦੇ ਜਿੱਥੇ ਵੀ ਸੰਘਰਸ਼ ਹੁੰਦਾ ਉੱਥੇ ਬਾਈ ਹੋਣੀ ਜਾਂਦੇ ਰਹਿੰਦੇ ਨੇ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਸੰਘਰਸ਼ ਦੀ ਰੂਪ ਰੇਖਾ ਕੀ, ਸੰਘਰਸ਼ ਅੱਜ ਦੇ ਟਾਈਮ ਦੇ ਵਿੱਚ ਖੜਾ ਕਿੱਥੇ ਆ। ਬਾਈ ਜੀ, ਸਿੱਧਾ ਸਵਾਲ ਇਹ, 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ, ਕਿੱਥੇ ਖੜਾ ਸੰਘਰਸ਼ ਅੱਜ ਦੇ ਟਾਈਮ 'ਚ? ਸੰਘਰਸ਼ ਪੂਰਾ ਜੋਬਨ 'ਤੇ ਆ। ਸੰਘਰਸ਼ ਨਿਰੰਤਰ ਚੱਲ ਰਿਹਾ ਕਿਉਂਕਿ ਪਿੰਡਾਂ ਦੇ ਲੋਕਾਂ ਨੇ ਆਪਣੇ ਆਪ ਦੇ ਵਿੱਚ ਡਿਊਟੀਆਂ ਲਾ ਲਈਆਂ, ਕੰਮਕਾਰ ਵੀ ਕਰ ਰਹੇ ਨੇ ਤੇ ਸੰਘਰਸ਼ ਦੇ ਵਿੱਚ ਬੰਦੇ ਵੀ ਭੇਜ ਰਹੇ ਨੇ ਉਸੇ ਹਿਸਾਬ ਦੇ ਨਾਲ। ਇਹਨੂੰ ਜੇ ਇਸ ਤਰ੍ਹਾਂ ਨਹੀਂ ਕਰਦੇ ਤਾਂ ਇਹ ਕੰਮ ਸਹੀ ਨਹੀਂ ਚੱਲ ਸਕਦਾ ਸੀ। ਇਸ ਲਈ ਉਹਨਾਂ ਨੇ ਸੋਚਿਆ ਵੀ ਨਾਲੇ ਆਪਾਂ ਆਪਣਾ ਝੋਨਾ ਲਾਵਾਂਗੇ, ਪਹਿਲਾਂ ਹਾੜੀ ਵੀ ਵੱਢੀ, ਫਿਰ ਉਹ ਤੋਂ ਬਾਅਦ ਹਾੜੀ ਵੱਢ ਕੇ ਵਿਹਲੇ ਹੋ ਕੇ ਉਹ ਤੋਂ ਬਾਅਦ ਬੜੇ ਕਾਫਲੇ ਲੈ ਕੇ ਕਿਸਾਨ ਸੰਘਰਸ਼ ਦੇ ਵਿੱਚ ਗਏ। ਹੁਣ ਜਿਹੜੀ ਸੰਘਰਸ਼ ਦੀ ਰੂਪ ਰੇਖਾ ਸਾਡੇ ਆਗੂਆਂ ਨੇ ਇੱਕ ਜੁਗਤ ਬਣਾਈ ਵੀ ਆਪਾਂ ਕਿਉਂ ਨਾ ਕਾਫਲੇ ਲੈ ਕੇ ਵਾਰ-ਵਾਰ, ਨਾਲੇ ਤਾਂ ਆਪਾਂ ਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ, ਵੀ ਨਾਲੇ ਆਪਣੇ ਜਿਹੜੇ ਲੋਕ ਨੇ ਉਹਨਾਂ ਦਾ ਸਮਾਂ ਖਰਾਬ ਨਹੀਂ ਹੋਊਗਾ, ਨਾਲੇ ਉਹ ਆਪਣਾ ਕੰਮ ਕਰੀ ਜਾਣਗੇ, ਨਾਲੇ ਜਿਹੜਾ ਸੰਘਰਸ਼ ਆ ਉਹ ਜਿਉਂਦਾ ਤਿਉਂ ਚੱਲਦਾ ਰਹੂਗਾ। ਬਾਈ ਬਲਵਿੰਦਰ ਹੋਣੀ ਨੇ ਸਮੇਂ-ਸਮੇਂ 'ਤੇ ਸੰਘਰਸ਼ ਦੇ ਵਿੱਚ ਹਾਜ਼ਰੀ ਲਵਾਉਂਦੇ ਨੇ। ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਵੀ ਨੇ, ਜ਼ਿਲ੍ਹਾ ਲੈਵਲ 'ਤੇ ਕੰਮਕਾਰ ਬਹੁਤ ਵਧੀਆ ਬਾਈ ਹੋਣੀ ਕਰਦੇ ਨੇ। ਬਾਈ ਨੇ ਤਾਂ ਕਿਹਾ ਕਿ ਜਸਵੀਰ ਨੇ ਕਿਹਾ ਕਿ ਸੰਘਰਸ਼ ਜਿਹੜਾ ਪੂਰੇ ਜੋਬਨ 'ਤੇ, ਪਰ ਰਿਪੋਰਟਸ ਇਹ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਇਕੱਠ ਘਟ ਗਿਆ, ਨੌਜਵਾਨ ਵਰਗ ਜਿਹੜਾ ਹੈ ਉਹ ਪਿੱਛੇ ਹਟ ਗਿਆ ਸੰਘਰਸ਼ ਤੋਂ, ਕਿਸਾਨ ਆਗੂਆਂ ਤੋਂ ਕਿਸੇ ਨਾ ਕਿਸੇ ਕਾਰਨ ਨਾਰਾਜ਼ ਹੋ ਕੇ ਜਿਹੜਾ ਪਿੱਛੇ ਹਟ ਗਿਆ। ਤੁਸੀਂ ਜਾਂਦੇ ਰਹੇ ਨੇ, ਉੱਥੇ ਦਾ ਮਾਹੌਲ ਦੇਖਿਆ, ਕੀ ਮਾਹੌਲ ਆ ਉੱਥੇ ਦਾ? ਮਾਹੌਲ ਆ ਜਿਹੜਾ ਬਿਲਕੁਲ ਠੀਕ ਆ। ਇਹ ਤਾਂ ਸਾਡੇ 'ਤੇ ਦੁਸ਼ਮਣਬਾਜ਼ੀਆਂ ਲਾਈਆਂ ਜਾ ਰਹੀਆਂ ਨੇ। ਅਸੀਂ ਕਿਹੜਾ ਹੁਣ ਕਿਸੇ ਬੁੜਿਆਂ ਨੂੰ ਲੈ ਕੇ ਜਾਂਦੇ ਹਾਂ ਜਾਂ ਵੱਡੀ ਉਮਰ ਦਿਆਂ ਨੂੰ ਲੈ ਕੇ ਜਾਂਦੇ ਹਾਂ, ਸਾਡੇ ਨਾਲ ਨੌਜਵਾਨ ਹੁੰਦੇ ਨੇ। ਹੁਣ ਅਸੀਂ ਆਹ 9 ਤਰੀਕ ਨੂੰ 4 ਬੱਸਾਂ ਭਰ ਕੇ ਲੈ ਕੇ ਗਏ ਹਾਂ, 4 ਬੱਸਾਂ 'ਚ ਨੌਜਵਾਨ ਅਸੀਂ, ਸਾਰੀ ਬੁੱਢੀ ਲੀਡਰਸ਼ਿਪ ਨਹੀਂ ਤੀ, ਉਹ ਤਾਂ 2-4 ਬੰਦੇ ਹੋਣਗੇ ਵਿੱਚ ਸਾਰੇ ਹੀ ਜਿਹੜੇ ਸੀਨੀਅਰ। ਹਾਂ, ਇਹ ਤਾਂ ਇੱਕ ਤੁਹਮਤਾਂ ਲਾਈਆਂ ਜਾ ਰਹੀਆਂ ਨੇ ਜਿਹੜੇ ਸਾਡੇ ਵਿਰੋਧੀ ਨੇ। ਜੇ ਅਸੀਂ ਇਮਾਨਦਾਰੀ 'ਤੇ ਚੱਲੀਏ ਤਾਂ ਅੱਜ ਕੱਲ੍ਹ 'ਚ ਨਿਬੜ ਸਕਦਾ। ਥੋੜ੍ਹੀ ਜਿਹੀ ਇਮਾਨਦਾਰੀ ਸਾਨੂੰ ਧੋਖਾ ਦੇ ਰਹੀ ਆ। ਜਿਹੜੇ ਦੂਏ
ਸਿਆਸੀ ਪਾਰਟੀਆਂ ਚੱਲਦੀਆਂ ਆ ਰਹੀਆਂ ਨੇ ਉਹ ਸਾਡੇ ਤੇ ਗਿਲਾ ਵੀ ਕਰਦੀਆਂ ਨੇ ਥੋੜ੍ਹਾ ਬਹੁਤਾ ਅੰਦਰ ਖਾਤੇ ਵੀ ਜੇ ਇਹਨਾਂ ਰਾਹੀਂ ਨਿਬੜ ਗਿਆ ਸਾਡਾ ਨੁਕਸਾਨ ਹੋ ਜੂ, ਸਾਡੇ ਪੈਰਾਂ ਹੇਠੋਂ ਬਿਲਕੁਲ ਇਹ ਜ਼ਮੀਨ ਨਿਕਲ ਜੂ। ਕਿਸਾਨ ਦਾ ਮਸੀਹਾ ਬਣਨ ਦਾ ਹੋਕਾ ਤਾਂ ਸਿਆਸੀ ਪਾਰਟੀਆਂ ਵੀ ਦੇ ਰਹੀਆਂ ਨੇ, ਤੁਸੀਂ ਫਿਰ ਕਹਿੰਦੇ ਹੋ ਕਿ ਇਮਾਨਦਾਰੀ ਨਹੀਂ ਹੈ, ਤੁਸੀਂ ਸਿੱਧੇ ਤੌਰ 'ਤੇ ਕਹਿ ਰਹੇ ਹੋ ਕਿ ਸਿਆਸੀ ਪਾਰਟੀਆਂ ਦੇ ਕਾਰਨ ਹੀ ਜਿਹੜਾ ਇਹ ਕੁਝ ਨਾ ਕੁਝ ਲੰਬਾ ਜਾ ਰਿਹਾ। ਫਿਰ ਕਿਸਾਨਾਂ ਦੇ ਹੱਕ ਦੀ ਗੱਲ ਤਾਂ ਸਿਆਸੀ ਪਾਰਟੀਆਂ ਵੀ ਕਰਦੀਆਂ ਨੇ। ਨਹੀਂ, ਕਿਸਾਨੀ ਦੇ ਕਰਦੀਆਂ ਨੇ, ਉੱਪਰੋਂ ਕਰਦੀਆਂ ਨੇ। ਜਦੋਂ ਬਾਹਰ ਗਰਾਊਂਡ 'ਚੋਂ ਬਾਹਰ ਕੱਢਤੇ, ਉਹ ਗਰਾਊਂਡ 'ਚੋਂ ਬਾਹਰ ਕੱਢੇ ਪਏ ਹੋਣ ਦੇ ਨਾਤੇ ਕਾਟੋ ਕਲੇਸ਼ ਕਰ ਰਹੇ ਨੇ ਵੀ ਅਸੀਂ ਮੂਹਰਲੀ ਕਤਾਰ 'ਚ ਅਸੀਂ ਹੋ ਰਹੀਏ। ਉਹ ਲੀਡਰ ਹੋਣ ਦੇ ਨਾਤੇ ਘਰੋਂ ਗ੍ਰਿਸ਼ਤੀ ਬੰਦੇ ਨਹੀਂ ਹਨ, ਆਮ ਫਿਰਨ ਤੁਰਨ ਵਾਲੇ ਬੰਦੇ ਨੇ, ਉਹਨਾਂ ਦੀ ਚਾਰਾ ਜੋਈ ਕੋਈ ਚੱਲ ਨਹੀਂ ਰਹੀ। ਉਹ ਫਿਰ ਘੁੰਮ ਘੁਮਾ ਕੇ ਸਾਡੇ ਨਾਲ ਰਿਸ਼ਤੇਦਾਰੀਆਂ ਕੱਢ ਕੇ ਜਾਂ ਹੋਰ ਕਰਕੇ ਤਾਂ ਸਾਡੇ ਤੇ ਅਮਰਵੇਲ ਵਾਂਗੋਂ ਉਹ ਫੈਲੇ ਪਏ ਨੇ ਥੋੜ੍ਹਾ ਬਹੁਤਾ, ਉਹ ਸਾਡਾ ਨੁਕਸਾਨ ਕਰਨਾ ਚਾਹੁੰਦੇ ਨੇ ਅਜੇ ਵੀ ਸਾਡੇ ਹੀ ਨਾਂ ਚੱਲੇ, ਇਹ ਨਾ ਮੂਹਰੇ ਆ ਜਾਣ। ਅਸੀਂ ਆਪਣਾ ਮੂਹਰਾ ਨਹੀਂ ਦੇਖਦੇ, ਅੱਗਾ ਨਹੀਂ ਦੇਖਦੇ, ਅਸੀਂ ਇਹ 'ਚੋਂ ਕੋਈ ਲਾਹਾ ਨਹੀਂ ਖੱਟਣਾ, ਕੋਈ ਇਲੈਕਸ਼ਨਾਂ ਨਹੀਂ ਲੜਨੀਆਂ, ਪਰ ਅਸੀਂ ਕਹਿੰਦੇ ਹਾਂ ਵੀ ਕਿਸਾਨੀ ਬਚ ਜਾਵੇ ਕਿਸੇ ਲੋਟ। ਉਹ ਕਹਿੰਦੇ ਨੇ ਸਾਡਾ ਸਾਰਾ ਰੁਜ਼ਗਾਰ ਹੈ ਇਸੇ ਤੇ, ਉਹਨਾਂ ਦਾ ਤਾਂ ਵਪਾਰ ਨੇ ਸਿਆਸੀ ਬੰਦਿਆਂ ਦੇ, ਸਾਡਾ ਵਪਾਰ ਕੋਈ ਨਹੀਂ ਹੈ। ਅਸੀਂ ਤਾਂ ਆਪਣਾ ਜਿਵੇਂ ਅੰਨਦਾਤਾ ਕਿਹਾ ਜਾਂਦਾ, ਅਸੀਂ ਤਾਂ ਉਹ ਲਾਈਨ 'ਤੇ ਖੜ੍ਹੇ ਹਾਂ, ਖੜ੍ਹੇ ਰਹਾਂਗੇ। ਉਹਨਾਂ ਦੀ ਮਰਜ਼ੀ ਆ, ਸਾਡਾ ਜਿੰਨਾ ਕੁ ਸਾਥ ਦਿੰਦੇ ਨੇ ਦੇਈ ਜਾਣ, ਪਰ ਉਹਨਾਂ ਨੇ ਨੁਕਸਾਨ ਕਰਕੇ ਸਾਨੂੰ ਜਿਹੜਾ ਦਿੱਲੀ ਦੀਆਂ ਬਰੂਹਾਂ 'ਤੇ ਬਿਠਾਇਆ ਉਹ ਉਹਨਾਂ ਦੀ ਉਹ ਦੇਣ ਆ, ਚਾਹੇ ਉਹ ਕਾਂਗਰਸੀ ਆ, ਚਾਹੇ ਅਕਾਲੀ ਆ, ਚਾਹੇ ਆਪ ਵਾਲੇ ਨੇ, ਸਾਰਿਆਂ ਨੇ ਆਪਣਾ ਜਲੂਸ ਕੱਢਿਆ ਵਾ। ਇੱਥੇ ਨਵੀਂ ਹੋਂਦ ਆਊ ਕੋਈ ਤਾਂ ਕਿਤੇ ਗੱਲ ਬਣਨੀ ਆ। ਨਵੀਂ ਹੋਂਦ ਕਿਤੇ ਇਸ਼ਾਰਾ ਤਾਂ ਨਹੀਂ ਕਿ ਕਿਸਾਨ ਆਗੂਆਂ ਦੇ ਵਿੱਚੋਂ ਹੀ ਕੋਈ ਸਿਆਸੀ ਪਾਰਟੀ ਨਿਕਲੂਗੀ? ਨਹੀਂ, ਇਹ ਨਹੀਂ ਕਹਿ ਸਕਦੇ। ਸਿਆਸੀ ਬੰਦੇ ਤਾਂ ਆਖਰ ਧਰਤੀ ਤੋਂ ਪੈਦਾ ਹੋਣੇ ਨੇ ਇਹੀ, ਇਹ ਤੇ ਕੋਈ ਗਿਲੇ ਵਾਲੀ ਗੱਲ ਨਹੀਂ। ਜਿਹੜੇ ਸਾਡੇ ਕੋਈ ਚੰਗੀ ਨੁਮਾਇੰਦਗੀ ਕਰਦੇ ਹੋਣਗੇ, ਪੜ੍ਹੇ ਲਿਖੇ ਹੋਣਗੇ, ਇਹ 'ਚੋਂ ਬੁੱਧੀਜੀਵੀ ਵੀ ਹੁੰਦੇ ਨੇ, ਅਸੀਂ ਉਹਨਾਂ ਨੂੰ ਟੇਕ ਕਰ ਸਕਦੇ ਹਾਂ ਵੀ ਆਹ ਬੰਦਾ ਸਾਡਾ ਇਲੈਕਸ਼ਨ ਲੜੂ ਜਾਂ ਕਿਵੇਂ ਵੀ ਆ। ਪਰ ਉਹ ਇਹ ਤਾਂ ਨਹੀਂ ਹੈ ਵੀ ਕਿਸਾਨ ਚੁਣਨੇ ਅਸੀਂ, ਕਿਸਾਨ ਵੀ ਹੋ ਸਕਦਾ। ਹਾਂ, ਕੁਝ ਵੀ ਹੋ ਸਕਦਾ। ਚੰਗੇ ਬੰਦੇ ਘਰਾਂ ਬੈਠੇ ਵੀ ਅਸੀਂ ਚੁਣ ਸਕਦੇ ਹਾਂ। ਜਿਵੇਂ 20-20, 25-25 ਬੈਲਟ ਪੇਪਰ 'ਤੇ ਪਹਿਲਾਂ ਭਰਦੇ ਰਹੇ ਆ ਫਾਰਮ, 25-25 ਹਜ਼ਾਰ ਤਕਰੀਬਨ ਉਹ ਸਿਕਿਉਰਿਟੀ ਭਰਦੇ ਤੇ ਜਾਂ ਹੋਰ ਖਰਚੇ ਕਰ। ਅਸੀਂ ਤਾਂ ਉਹਨਾਂ ਕਨੀ ਦੇਖਿਆ ਹੀ ਨਹੀਂ ਵੀ ਇਹ ਕੌਣ ਨੇ, ਡਿਗਰੀਆਂ ਕਰੀਆਂ ਵੀਆਂ ਮੁੰਡੇ ਖੜ੍ਹਦੇ ਰਹੇ ਨੇ ਇਲੈਕਸ਼ਨਾਂ 'ਚ। ਅਸੀਂ ਤਾਂ 2-3 ਘੇਰਿਆਂ 'ਚ ਫਸਦੇ ਰਹੇ ਹਾਂ, ਜ਼ਿਆਦਾਤਰ ਤਾਂ ਕਾਂਗਰਸ ਅਕਾਲੀ 'ਚ ਫਸੇ ਰਹੇ ਹਾਂ, ਤੀਜਾ ਚੌਥਾ ਤਾਂ ਬੰਦਾ ਹੀ ਨਹੀਂ ਦੇਖਿਆ ਕੋਈ। ਬਾਈ 6 ਮਹੀਨੇ ਤੋਂ ਉੱਪਰ ਦਾ ਸਮਾਂ ਜਿਹੜਾ ਹੋ ਗਿਆ ਹੈ ਨਾ, ਕੋਈ ਹੱਲ ਨਹੀਂ ਹੋ ਰਿਹਾ। ਕਿਸਾਨਾਂ ਦੀ ਜਿੱਦ ਇਹ ਕਿ ਕਾਨੂੰਨ ਰੱਦ ਕੀਤੇ ਜਾਣ, ਸਰਕਾਰ ਵੱਲੋਂ ਬਾਰ-ਬਾਰ ਬਿਆਨ ਇਹ ਕਿ ਕਾਨੂੰਨ ਰੱਦ ਨਹੀਂ ਹੋਣੇ, ਸੋਧਾਂ ਦੱਸੋ ਕੀ ਕਰੀਏ, ਕਿਸ ਤਰ੍ਹਾਂ ਹੱਲ ਨਿਕਲੂਗਾ? ਨਹੀਂ, ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਨਾ, ਉਹ ਸੋਚਦੇ ਨੇ ਵੀ ਕਾਨੂੰਨ ਰੱਦੇ ਹੋਣ, ਕਿਉਂ ਉਹਨਾਂ ਦੇ ਬਹੁਤ ਤਜਰਬੇ ਨੇ, ਉਹ ਪੂਰੇ ਘੁਲੇ ਹੋਏ ਨੇ ਇਹਨਾਂ ਗੱਲਾਂ 'ਚੋਂ, ਬਹੁਤ ਲੰਮੇ ਸਮੇਂ ਤੋਂ ਕਿਸਾਨੀ ਦੇ ਉੱਤੇ ਗੱਲ ਕਰ ਰਹੇ ਨੇ। ਪਰ ਜਿਹੜਾ ਮੇਰਾ ਖੁਦ ਆਪਣਾ ਕੁਝ ਨਿੱਜੀ ਚਲੋ ਬੰਦੇ ਦੀ ਸੋਚ ਹੁੰਦੀ ਆ ਜਾਂ ਤਜਰਬਾ ਹੁੰਦਾ, ਜਾਂ ਜਿਵੇਂ ਆਪਾਂ ਵਿਚਰਦੇ ਹਾਂ ਲੋਕਾਂ 'ਚ, ਅਸੀਂ ਕਿਸਾਨ ਜਥੇਬੰਦੀ 'ਚ 5-6 ਸਾਲ ਤੋਂ ਵਿਚਰਨ ਕਰਕੇ ਸਾਨੂੰ ਅੱਜ ਵੀ ਮਤਲਬ ਬਾਕੀ ਹੋਰ ਤਾਂ ਚਲੋ ਜਿਹੜੇ ਬਾਕੀ ਜ਼ਿਲ੍ਹੇ ਨੇ ਉੱਧਰ ਉਹਨਾਂ ਦਾ ਖੈਰ ਉਹ ਸਰਗਰਮ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਵਿੱਚ। ਹਾਂਜੀ। ਪਰ ਜਿਹੜਾ ਆਪਣਾ ਜ਼ਿਲ੍ਹਾ ਨਾ, ਆਪਣੇ ਜ਼ਿਲ੍ਹੇ ਦੇ ਵਿੱਚ ਹਲੇ ਵੀ ਸਾਨੂੰ ਜਾਣੀ ਮਹਿਸੂਸ ਹੁੰਦੀਆਂ ਨੇ ਇਹ ਗੱਲਾਂ ਵੀ ਕਿਸਾਨੀ ਤੇ ਗੰਭੀਰਤਾ ਘੱਟ ਆ ਲੋਕਾਂ ਦੇ ਵਿੱਚ। ਹਾਂ, ਅੰਦੋਲਨ ਜ਼ਰੂਰ ਚੱਲ ਰਿਹਾ, ਜਿਵੇਂ ਥੋੜ੍ਹਾ ਜਿਹਾ ਪ੍ਰੇਰਨਾ ਪੈਂਦਾ ਲੋਕਾਂ ਨੂੰ, ਹਜੇ ਜਾ ਕੇ ਘਰ ਘਰ ਕਹਿਣਾ ਪੈਂਦਾ, ਫਿਰ ਵੀ ਮਤਲਬ ਉਹ ਗੱਲ ਨਹੀਂ। ਹਾਲਾਂਕਿ ਹੁਣ ਲੋਕਾਂ ਨੂੰ ਜਿਹੜੇ ਜਿਵੇਂ ਹੁਣ ਨੌਜਵਾਨ ਵਰਗ ਆ, ਜਿਵੇਂ ਅੱਗੇ ਪਾਰਟੀਆਂ ਵਿੱਚ ਵੀ ਤਾਂ ਕੰਮ ਕਰਦਾ ਹੀ ਰਿਹਾ ਨੌਜਵਾਨ, ਜਿਵੇਂ ਕੋਈ SOI 'ਚ ਕੰਮ ਕਰਦਾ, ਕੋਈ ਹੋਰ ਪੂਰਾ ਉਹ ਲਗਨ ਨਾਲੇ ਕੰਮ ਕਰਦੇ ਨੇ। ਜੇ ਉਹ ਲਗਨ ਨਾਲ ਕਿਸਾਨੀ 'ਚ ਕੰਮ ਕਰਨ ਨਾ, ਉਹਦਾ ਬਹੁਤ ਵਧੀਆ ਰਿਜ਼ਲਟ ਮਿਲ ਸਕਦਾ ਆਪਾਂ ਨੂੰ। ਕੋਈ ਕਿਸਾਨੀ ਆਏ ਨਹੀਂ ਹੈਗਾ ਵੀ ਆਪਣੀ ਕਿਸਾਨੀ ਤਾਂ ਆਪਾਂ ਕਰਦੇ ਹੀ ਰਹਿੰਦੇ ਹਾਂ, ਕਿਸਾਨੀ 60-70% ਲੋਕ ਇੱਥੇ ਕਿਸਾਨੀ ਕਰ ਰਹੇ ਨੇ। ਕਿਉਂ ਅਸੀਂ ਕਿਸਾਨੀ ਤੋਂ ਜਦੇ ਅਸੀਂ ਇੱਥੇ ਜਥੇਬੰਦੀ 'ਚ ਚੱਲ ਰਹੇ ਹਾਂ, ਮੈਨੂੰ 6 ਸਾਲ ਤਾਂ ਮੈਨੂੰ ਹੋ ਗਏ ਚੱਲਦੇ ਨੂੰ, ਅਸੀਂ ਕਲਪਨਾ ਸ਼ੁਰੂ ਕਰਤਾ ਪਹਿਲਾਂ ਹੀ ਕਿਸਾਨੀ ਦੇ। ਕਿਉਂ ਜਦੋਂ ਅਸੀਂ ਮੀਟਿੰਗਾਂ ਕਰਦੇ ਦੀ ਪਿੰਡਾਂ ਦੇ ਵਿੱਚ, ਉਦੋਂ ਲੋਕਾਂ ਨੂੰ ਜੇ ਅਨਾਊਂਸਮੈਂਟ ਕਰਕੇ ਕਹਿਣਾ ਤਾਂ ਵੀ ਆਓ ਭਾਈ ਬੈਠੋ ਆਪਾਂ ਆਪਣੇ ਕਿਸਾਨੀ ਮਸਲਿਆਂ 'ਤੇ। ਇਹ ਤਾਂ ਚਲੋ ਅੰਦੋਲਨ ਤਾਂ ਹੁਣ ਆਇਆ ਨਾ, ਸਾਲ ਤੋਂ ਆਰਡੀਨੈਂਸ ਪਹਿਲਾਂ ਮੋਦੀ ਨੇ ਜੂਨ ਦੇ ਵਿੱਚ ਜਾਰੀ ਕੀਤੇ, ਪਰ ਜਥੇਬੰਦੀਆਂ ਲੋਕਾਂ ਨੂੰ ਅਗਾਂਹ ਪਹਿਲਾਂ ਹੀ ਕਰਦੀਆਂ ਰਹੀਆਂ। ਸੋਚ ਸੀ ਹਾਂ, ਇਹ ਕੰਮ ਹੋਊਗਾ। ਹਾਂ, ਅਗਾਂਹ ਕਰਦੀਆਂ ਰਹੀਆਂ ਨੇ ਜਥੇਬੰਦੀਆਂ, ਉਹਨਾਂ ਨੇ, ਪਰ ਲੋਕਾਂ ਨੇ ਕੰਨ ਨਹੀਂ ਧਰਿਆ ਇੱਧਰ ਨੂੰ। ਅੱਜ ਵੀ ਲੋਕ ਨਾ ਮਤਲਬ ਪਤਾ ਨਹੀਂ ਕੀ ਗੱਲ ਆ, ਸਾਨੂੰ ਪਤਾ ਨਹੀਂ ਤਾਂ ਯਾਰ ਸਾਨੂੰ ਐਂ ਲੱਗਣ ਲੱਗ ਜਾਂਦਾ ਵੀ ਸਾਨੂੰ ਘੱਟ ਸਮਝ ਆ, ਪਤਾ ਨਹੀਂ ਐਂ ਲੱਗਦਾ ਵੀ ਲੋਕਾਂ ਨੂੰ ਘੱਟ ਸਮਝ ਆ। ਕਿਤੇ ਨਾ ਕਿਤੇ ਆਪਾਂ ਕਹਿ ਵੀ ਨਹੀਂ ਸਕਦੇ ਕਿਸੇ ਨੂੰ, ਚਲੋ ਕੁਛ ਨਾ ਕੁਛ ਹੋ ਵੀ ਰਿਹਾ। ਪਰ
ਹੋਰ ਬਹੁਤ ਵੱਡਾ ਕਰਨ ਦੀ ਲੋੜ ਆ ਲੋਕਾਂ ਨੂੰ ਇਸ ਟਾਈਮ। ਜਿਹੜਾ ਅਕਸਰ ਨੂੰ ਲੜਾਈ ਤਾਂ ਕਾਨੂੰਨਾਂ ਦੀ ਆ ਨਾ, ਜੇ ਕਾਨੂੰਨ ਇਹ ਬਣ ਜਾਂਦੇ ਨੇ, ਇਕੱਲੇ ਇਸ ਕਾਨੂੰਨਾਂ ਦੀ ਗੱਲ ਨਹੀਂ ਗੀ, ਕਿਉਂ ਜਿਵੇਂ ਇੱਕ ਉਹਨਾਂ ਦਾ ਇੱਕ ਇਹੋ ਜਿਹਾ ਉਹ ਪਿਆ ਲੋਕਾਂ ਦੇ ਉੱਤੇ ਕਾਨੂੰਨ ਬਣਾਉਣ ਦਾ, ਜਿਹੜਾ ਮੋਦੀ ਸਰਕਾਰ ਦਾ। ਪਹਿਲਾਂ ਇਹਨਾਂ ਨੇ ਜਿਵੇਂ ਜੰਮੂ ਕਸ਼ਮੀਰ ਵਾਲੀ ਧਾਰਾ ਬਣਾਈ, ਫਿਰ ਇਹਨਾਂ ਨੇ NRC ਬਿੱਲ ਲਿਆਂਦਾ। ਇਹ ਨਿਰੰਤਰ ਇਹ ਚੱਲਦੇ ਜਾਣਗੇ ਜੇ ਲੋਕ ਸੁਚੇਤ ਨਾ ਹੋਏ। ਹੁਣ ਤੁਸੀਂ ਸੋਚ ਕੇ ਦੇਖੋ ਇੱਕ ਮਿੰਟ, ਕਿਸਾਨ ਡੀਜ਼ਲ ਵਰਤਦਾ, ਠੀਕ ਆ, ਤੁਸੀਂ ਉਸ ਹਿਸਾਬ ਨਾਲ ਡੀਜ਼ਲ ਦਾ ਵਿਰੋਧ ਤਾਂ ਨਹੀਂ ਹੋ ਰਿਹਾ। ਜਿਹੜੇ ਹਿਸਾਬ ਨਾਲ ਮਹਿੰਗਾਈ ਵੱਧ ਰਹੀ ਆ, ਪੈਟਰੋਲ ਵਰਤ ਰਿਹਾ, ਲੋਕ ਕਿੰਨੇ ਕੁ ਆਮ ਲੋਕ ਪੈਟਰੋਲ ਤਾਂ ਸਾਰੇ ਹੀ ਵਰਤਦੇ ਨੇ, ਚਾਹੇ ਅਸਿੱਧੇ ਢੰਗ ਨਾਲ ਵੀ ਲੱਗੇ ਹੋਏ ਨੇ ਕਿਸਾਨੀ ਦੇ ਉੱਤੇ। ਸਿਲੰਡਰ ਹਰ ਇੱਕ ਬੰਦਾ ਵਰਤਦਾ। ਜਾਣੀ ਕਹਿਣ ਦਾ ਮਤਲਬ ਹੈ ਤਾਂ ਇਹ ਕਿਤੇ ਨਾ ਕਿਤੇ ਕਿਸਾਨੀ ਨਾਲ ਟੱਚੇ ਨੇ ਗੱਲਾਂ, ਜਦੋਂ ਕਿਸਾਨੀ ਤੇ ਨਿਰਭਰ। ਪਰ ਲੋਕ ਜਿਵੇਂ ਮਹਿੰਗਾਈ ਦਾ ਵਿਰੋਧ ਨਹੀਂ ਕਰ ਰਹੇ। ਇਕਣੇ ਜਿਵੇਂ ਕਿਸਾਨ ਅੰਦੋਲਨ ਐਡਾ ਸਿਰੇ ਉੱਤੇ ਗਿਆ ਹੋਇਆ, ਕਿਸਾਨੀ ਦੇ ਨਾਲ ਲੋਕਾਂ ਨੂੰ ਹੋਰ ਬਹੁਤ ਤਤਪਰ ਹੋ ਕੇ ਜੁੜਨ ਦੀ ਲੋੜ ਆ, ਨੌਜਵਾਨਾਂ ਨੂੰ, ਤਾਂ ਜਾ ਕੇ ਇਹਦੇ ਹੋਰ ਵੀ ਵਧੀਆ ਹਲਾਰਾ। ਜਾਣੀ ਆਪਣੇ ਜ਼ਿਲ੍ਹੇ ਦੀ ਗੱਲ ਕਰਦਾ, ਉਹ ਜ਼ਿਲ੍ਹੇ ਤਾਂ ਬਹੁਤ ਅੱਗੇ ਨੇ ਆਪਣੇ ਨਾਲੋਂ। ਉਹਨਾਂ ਕਰਕੇ ਮੈਂ ਤਾਂ ਕਹਿੰਦਾ ਹਜੇ ਵੀ ਉਹਨਾਂ ਕਰਕੇ ਉਹ ਅੰਦੋਲਨ ਨੂੰ ਇੱਕ ਵੱਡਾ ਹਲਾਰਾ ਦੇਈ ਬੈਠੇ ਨੇ, ਉਹ ਵੱਡਾ ਕਰੀ ਬੈਠੇ ਨੇ ਅੰਦੋਲਨ ਨੂੰ। ਸਾਡੀ ਵੀ ਸੋਚ ਇਹ ਆ ਵੀ ਜਿਵੇਂ ਅਸੀਂ ਕੰਮ ਕਰਦੇ ਹਾਂ, ਚਾਹੇ ਅਸੀਂ ਥੋੜ੍ਹਾ ਕਰਦੇ ਹਾਂ, ਅਸੀਂ ਐਂ ਨਹੀਂ ਕਹਿੰਦੇ ਵੀ ਅਸੀਂ ਬਹੁਤ ਕਰਦੇ ਹਾਂ, ਪਰ ਅਸੀਂ ਉਹੀ ਗੱਲ ਆਪਾਂ ਕਰ ਰਹੇ ਹਾਂ ਵੀ ਜਿਵੇਂ ਹਰ ਇੱਕ ਦੀ ਚੇਤਨਾ ਦੇ ਵਿੱਚ ਇਹ ਗੱਲ ਵਸ ਜਾਣੀ ਚਾਹੀਦੀ ਆ ਵੀ ਆਪਾਂ ਕਿਸਾਨੀ ਤੇ ਜਿਵੇਂ ਕਿਸਾਨ ਆਗੂਆਂ ਨੇ ਆਪਾਂ ਨੂੰ ਪਹਿਲਾਂ ਅਗਾਹ ਕੀਤਾ, ਪਹਿਲਾਂ ਤਾਂ ਆਪਾਂ ਨੇ ਗੌਰ ਨਹੀਂ ਕੀਤੀ, ਧਿਆਨ ਨਹੀਂ ਦਿੱਤਾ ਵੀ ਅੱਜ ਤਾਂ ਅਸੀਂ ਧਿਆਨ ਦੇ ਲਈਏ ਨਾ। ਜੇ ਅੱਜ ਅਸੀਂ ਧਿਆਨ ਦੇ ਦਿੰਦੇ ਹਾਂ ਇਹਦੇ ਤੇ ਜਿਵੇਂ ਉਹ ਦਿੰਦੇ ਨੇ ਲੋਕ, ਤਾਂ ਇਹ ਬਹੁਤ ਵੱਡਾ ਅਸੀਂ ਇਹਦਾ ਹੰਗਾਰਾ ਵੀ ਲੈ ਸਕਦੇ ਹਾਂ ਤੇ ਸਰਕਾਰਾਂ 'ਤੇ ਅਸੀਂ ਆਪਣਾ ਦਬਾਅ ਬਣਾ ਸਕਦੇ ਹਾਂ। ਜਸਵੀਰ ਬਾਈ ਨੇ ਗੱਲ ਕੀਤੀ ਕਿ ਕਿਤੇ ਨਾ ਕਿਤੇ ਜਾ ਕੇ ਜੋਸ਼ ਦੀ ਕਮੀ ਹੈ ਜਿਹੜੀ ਸੰਘਰਸ਼ ਦੇ ਵਿੱਚ। ਜੇਕਰ ਹੋਰ ਜੋਸ਼ ਭਰਿਆ ਜਾਵੇ ਤਾਂ ਸੰਘਰਸ਼ ਦੀ ਜਿੱਤ ਜਿਹੜੀ ਆ ਦੂਰ ਨਹੀਂ। ਕੀ ਕਦਮ ਚੁੱਕਣੇ ਚਾਹੀਦੇ ਨੇ ਕਿਸਾਨ ਜਥੇਬੰਦੀਆਂ ਨੂੰ ਆਮ ਲੋਕਾਂ ਦੇ ਵਿੱਚ ਜੋਸ਼ ਭਰਨ ਦੇ ਲਈ? ਜੋਸ਼ ਤਾਂ ਅਸੀਂ ਤਾਂ ਤਕਰੀਬਨ ਜਿਹੜੀ ਜਥੇਬੰਦੀਆਂ 'ਚ ਆ ਜਾਂਦੇ ਹਾਂ, ਅਸੀਂ ਜੋਸ਼ ਹਰੇਕ ਤਰ੍ਹਾਂ ਦਾ ਭਰ ਰਹੇ ਹਾਂ। ਲੋਕਾਂ ਦੇ ਜਿਹੜੇ ਥਾਣੇ ਕਚਹਿਰੀਆਂ ਵਾਲੇ ਕੰਮ ਨੇ ਅਸੀਂ ਉਹ ਵੀ ਨਿਬੇੜ ਰਹੇ ਹਾਂ। ਹਰ ਰੋਜ਼ ਅਸੀਂ ਕਿਸੇ ਨਾ ਕਿਸੇ ਜਾ ਕੇ ਪੰਚਾਇਤ ਲਾਉਂਦੇ ਹਾਂ, ਉਹ ਜੋਸ਼ ਭਰਨ ਵਾਲੇ ਪੱਖ 'ਚ ਆ ਜਾਂਦੀ ਆ ਵੀ ਇਹਨਾਂ ਤੋਂ ਉਹ ਵੀ ਨਿਬੜੂਗਾ। ਅਸੀਂ ਐਲਾਨ ਵੀ ਕਰਿਆ ਵਾ, ਬਿਜਲੀ ਬੋਰਡ 'ਚ ਲੋੜ ਆ, ਥਾਣੇ 'ਚ ਲੋੜ ਆ, ਕੋਈ ਹੋਰ ਕਿਸੇ ਪਾਸੇ ਕਿਸੇ ਕਿਸਮ ਦਾ ਵੀ ਝਗੜਾ ਹੈ ਉਹ ਅਸੀਂ ਨਿਬੇੜਾਂਗੇ ਪੂਰਾ ਆਹ ਕਰਕੇ ਬੰਦੋਬਸਤ। ਅਸੀਂ ਤਕਰੀਬਨ ਨਿਬੇੜਦੇ ਵੀ ਹਾਂ, ਪਹਿਲਾਂ ਤਾਂ ਨਿਬੇੜਦੇ ਆਏ ਹਾਂ, ਪਰ ਲੋਕਾਂ ਨੂੰ ਇਹ ਸੋਝੀ ਲੇਟ ਆ ਰਹੀ ਆ। ਅਸੀਂ ਤਾਂ ਤਕਰੀਬਨ ਮੇਰੀ ਉਮਰ 57-58 ਸਾਲ ਹੋ ਗਈ, ਮੈਂ ਕਦੇ ਅਕਾਲੀ ਕਾਂਗਰਸ ਨੂੰ ਵੋਟ ਨਹੀਂ ਪਾਈ। ਇਸੇ ਤੋਂ ਤੁਸੀਂ ਸਬਕ ਸਿੱਖ ਲਓ। ਮੈਂ ਵੀ ਇਹਨਾਂ ਦੀਆਂ ਗੱਡੀਆਂ 'ਚ ਭੁੱਕੀਆਂ ਸ਼ਰਾਬਾਂ ਪੀ ਕੇ ਚੜ੍ਹ ਸਕਦਾ ਸੀ। ਮੈਂ ਵੀ ਤਾਂ ਇਕੱਲਾ ਫਿਰਿਆ ਪਿੰਡ 'ਚ। ਪਹਿਲਾਂ ਮੈਂ ਇਕੱਲਾ ਬੂਥ ਲਾਉਂਦਾ, ਮੇਰੇ ਬੱਚੇ ਉੱਠ ਖੜੇ ਉਹ ਉਹਨਾਂ ਨਾਲ ਲਾਉਣ ਲੱਗਿਆ, ਤਾਂ ਮੈਂ ਤੀਜੀ ਤੈਨੂੰ ਇਹ ਵੋਟ ਪਾਈ ਆ। ਲੋਕਾਂ ਨੇ ਤਾਂ ਦੇਖਿਆ ਹੀ ਨਹੀਂ, ਕੋਈ ਸਮਾਂ ਤੱਕ ਕਸਾ ਕੇ ਹਾ ਹੀ ਕਰੀ ਆ ਵੀ ਫਲਾਣੇ ਨੂੰ ਵੋਟ ਹੀ ਨਹੀਂ ਪੈਂਦੀ। ਵੋਟ ਕੀ ਪਵੇ, 200 ਬੰਦਾ ਬੈਠ ਜਾਂਦਾ ਬੂਥਾਂ 'ਤੇ। ਪਹਿਲਾਂ ਰਾਤਾਂ ਨੂੰ ਸ਼ਰਾਬਾਂ ਪਿਲਾਉਣੀਆਂ ਲੋਕਾਂ ਨੂੰ, ਉਹਨਾਂ ਨੇ ਦੂਜੇ ਦਿਨ ਫਿਰ ਉਹਨਾਂ ਦੇ ਸਰਮੋ ਸਰਮੀ ਉਹਨਾਂ ਨੂੰ ਇਹ ਵੋਟ ਪਾਈ ਜਾਣੀ। ਇਹਦਾ ਰਿਜ਼ਲਟ ਆ ਇਹ। ਮੈਂ ਤਾਂ ਆਪਣਾ, ਮੇਰੇ ਤਾਂ ਦੋਏ ਹੱਥਾਂ 'ਚ ਲੱਡੂ ਨੇ, ਕੰਮ ਹੁੰਦਾ ਜਾਂ ਨਾ ਹੁੰਦਾ। ਮੈਂ ਤਾਂ ਉਹ ਬੰਦਾ ਵੀ ਜੇ ਹੁੰਦਾ ਤਾਂ ਵੀ ਠੀਕ ਆ, ਤਾਂ ਸੰਘਰਸ਼ 'ਚ ਮੈਂ ਖੜਾ ਹਾਂ। ਜੇ ਨਹੀਂ ਹੁੰਦਾ ਤਾਂ ਲੋਕਾਂ ਦੀ ਮੱਤ ਮਾਰੀ ਗਈ ਆ। ਮੈਂ ਤਾਂ ਮੁੱਢ ਤੋਂ ਇਸੇ ਲਾਈਨ 'ਚ ਮੈਂ ਪਰਿਵਾਰ ਵੀ ਚਲਾ ਰਿਹਾ, ਆਪਣਾ ਆਲਣਾ ਵਸਾਇਆ ਵਾ, ਸਾਰਾ ਕੁਝ ਕਰਿਆ ਵਾ, ਪਰ ਲੋਕ ਨਹੀਂ ਚੱਲੇ। ਲੋਕਾਂ ਨੂੰ ਸੋਝੀ ਨਹੀਂ ਆਈ। ਜਿਵੇਂ ਕੋਈ 5-7 ਸਾਲ ਤੋਂ ਕਹਿੰਦਾ ਯੂਨੀਅਨ ਚੱਲਿਆ, ਫਲਾਣਾ ਚੱਲਿਆ। ਮੈਂ ਇਹ ਗੱਲਾਂ ਮੁੱਢ ਤੋਂ ਹੀ ਕਹਿੰਦਾ ਆ ਰਿਹਾ 20-21 ਸਾਲ ਤੋਂ। ਅੱਛਾ ਬਾਈ, ਲੋਕਾਂ ਦੇ ਉੱਪਰ ਵੀ ਬਾਈ ਨੇ ਨਿਸ਼ਾਨੇ ਲਾਏ ਨੇ ਕਿ ਪੋਲੀਟੀਕਲ ਪਾਰਟੀਆਂ ਦੇ ਵਾਰ-ਵਾਰ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਵਾਰ-ਵਾਰ ਇਹ ਬਿਆਨ ਆ ਜਾਂਦੇ ਨੇ, ਪੰਜਾਬ BJP ਵੱਲੋਂ ਵੀ ਬਿਆਨ ਆ ਜਾਂਦੇ ਨੇ ਕਿ ਜੋ ਮਰਜ਼ੀ ਕਰ ਲਓ, ਇੱਕ ਵਾਰੀ ਜਦੋਂ ਕਹਿ ਦਿੱਤਾ ਤਾਂ ਕਾਨੂੰਨ ਰੱਦ ਨਹੀਂ ਹੋਣੇ ਤਾਂ ਰੱਦ ਨਹੀਂ ਹੋਣੇ। ਕੀ ਕਹੋਗੇ? ਦੇਖੋ, ਸਰਕਾਰ ਨੇ ਕਾਨੂੰਨ ਰੱਦ ਕਰਨ ਵਾਸਤੇ ਤਾਂ ਨਹੀਂ ਬਣਾਏ। ਉਹਨਾਂ ਦੀ ਜਿਹੜੀ ਮਨਸਾ ਉਹ ਉਹਨਾਂ ਦੀ ਪਹਿਲਾਂ ਤੋਂ ਹੀ, ਜਿਵੇਂ ਉਹ ਕਾਰਪੋਰੇਟ ਦੇ ਅਧੀਨ ਚੱਲਦੀ ਆ ਰਹੀ ਹੈ ਨਾ, ਕਾਰਪੋਰੇਟ ਦੀਆਂ ਆਪਣੀਆਂ ਨੀਤੀਆਂ ਨੇ, ਉਹ ਨੀਤੀਆਂ ਹਰ ਇੱਕ ਬੰਦੇ ਨੂੰ ਸਮਝ ਨਹੀਂ ਆਈਆਂ ਹਾਲੇ ਤੱਕ। ਕਿਸਾਨ ਖੇਤੀ ਜ਼ਰੂਰ ਕਰਦੇ ਨੇ, ਪਰ ਕਾਰਪੋਰੇਟ ਦੀਆਂ ਨੀਤੀਆਂ ਨੂੰ ਵੀ ਸਮਝਣਾ ਪੈਣਾ। ਜਿਹੜਾ ਯੂਥ ਆ, ਇਹਨਾਂ ਦੀਆਂ ਨੀਤੀਆਂ ਨੇ ਜਿਹੜੀਆਂ ਬੜੀਆਂ ਗੁੰਝਲਦਾਰ ਨੇ। ਕਾਰਪੋਰੇਟ ਦੇ ਅੰਡਰ BJP ਚੱਲ ਰਹੀ ਆ ਜਿਹਦੀ ਤੁਸੀਂ ਗੱਲ ਕਰ ਰਹੇ ਹੋ। BJP ਦੀ ਸਰਕਾਰ ਨਹੀਂ ਹੈਗੀ, ਸਰਕਾਰ ਦਾ ਕਾਰਪੋਰੇਟ ਦੀ ਉਹ ਚੱਲ ਰਹੀ ਆ। ਕਿਹੜੇ ਕਾਰਪੋਰੇਟ ਘਰਾਣੇ? ਕਾਰਪੋਰੇਟ ਆਪਣੇ ਤਾਂ ਵਾਨੀ ਡਾਨੀ ਉਹਨੇ। ਵੈਸੇ ਤਾਂ ਇਹ ਮਲਟੀਨੈਸ਼ਨਲ ਕੰਪਨੀਆਂ ਨੇ, ਬਾਹਰ ਤੋਂ ਇੰਟਰਨੈਸ਼ਨਲ ਪੱਧਰ 'ਤੇ ਬਹੁਤ ਵੱਡਾ ਜਾਲ ਸਾਜੀ ਹੈ ਇਹਨਾਂ ਦੀ ਇੱਕ। ਆਪਾਂ ਨੂੰ ਤਾਂ ਇੰਨੀ ਮੇਰਾ ਖਿਆਲ ਸਮਝ ਹੋਣੀ ਨਹੀਂ, ਕਿ ਬਹੁਤ ਸਟੱਡੀ ਕਰਨ ਦੀ ਲੋੜ ਹੈ ਇਹਦੇ ਉੱਤੇ। ਨੀਤੀ ਘਾੜੇ ਇਹੋ ਜਿਹੀਆਂ ਨੀਤੀਆਂ ਨੇ ਜਿਹੜੀਆਂ ਕਿਸਾਨੀ ਦੇ ਖਿਲਾਫ ਲੰਮੇ ਸਮੇਂ ਤੋਂ ਕੰਮ ਕਰ ਰਹੀਆਂ ਨੇ। ਕਿਉਂ? ਕਿਸਾਨੀ ਪਹਿਲਾਂ ਤੋਂ ਹੀ ਦਰੜੀ ਜਾ ਰਹੀ ਆ।
ਉਹ ਆਪਾਂ ਨੂੰ ਜਿਵੇਂ ਹੁਣ ਬਠਿੰਡਾ ਏਰੀਆ ਲੈ ਲਓ, ਉੱਥੇ ਖੁਦਕੁਸ਼ੀਆਂ ਕਿੰਨੀਆਂ ਹੋਈਆਂ ਜਦੋਂ ਨਰਮੇ ਪੱਟੀ ਦਾ ਨੁਕਸਾਨ ਹੋਇਆ, ਜਦੋਂ ਬਦਲਵੀਂ ਫਸਲਾਂ ਦੀ ਵਿਭਿੰਨਤਾ ਦੀ ਗੱਲ ਕੀਤੀ ਇਹਨਾਂ ਨੇ ਸਰਕਾਰਾਂ 'ਚ ਬੈਠੇ ਲੋਕਾਂ ਨੇ, ਪਰ ਬਦਲ ਨਹੀਂ ਦਿੱਤਾ ਇਹਨਾਂ ਨੇ ਕਿਸਾਨ ਨੂੰ। ਬਦਲ ਐ ਨਹੀਂ ਨਾ ਆਉਂਦਾ ਹੁੰਦਾ ਵੀ ਫਸਲ ਕਿਸਾਨ ਨੇ ਬੀਜ ਲਈ, ਉਹ ਤੋਂ ਬਾਅਦ ਉਹਦਾ ਭਾਅ ਮਿਲਿਆ ਨਾ। ਜਦੋਂ ਜੇ ਫਿਕਸ ਰੇਟ ਹੁੰਦੇ, ਰੇਟ ਭਾਅ ਮਿਲਦਾ, ਫਿਰ ਬਦਲਵੀਂ ਖੇਤੀ ਹੁੰਦੀ। ਇਹ ਝੋਨੇ ਤੇ ਅਸੀਂ ਝੋਨਾ ਲਾ ਕੇ ਆਪਣਾ ਪਾਣੀ ਮੁਕਾ ਲਿਆ ਖਤਰੇ 'ਚ, ਹਾਂ ਡਾਰਕ ਜ਼ੋਨ 'ਚ ਪਹੁੰਚ ਫਸਲੀ ਚੱਕਰ 'ਚ ਮਤਲਬ ਉਲਝ ਗਏ ਤੁਸੀਂ ਕਹਿੰਦੇ ਹੋ। ਫਸਲੀ ਚੱਕਰ ਦੇ ਵਿੱਚ ਅਸੀਂ ਉਲਝੇ ਹਾਂ। ਅੱਛਾ, ਪੂੰਜੀਵਾਦੀ ਖੇਤੀ ਕਹਿੰਦੇ ਨੇ ਇਹਨੂੰ। ਪੂੰਜੀਵਾਦੀ ਖੇਤੀ 'ਚ ਜ਼ਿਆਦਾ ਉਲਝਣ ਦੇ ਨਾਲ ਬੰਦਾ ਪਦਾਰਥਵਾਦੀ ਹੋ ਜਾਂਦਾ। ਅੱਜ ਬੰਦਾ ਪਦਾਰਥਵਾਦੀ ਸੋਚਣ ਦੇ ਢੰਗ ਨਾਲ ਹੀ ਸੋਚ ਰਿਹਾ ਹਰ ਇੱਕ ਗੱਲ। ਅੱਛਾ, ਫਸਲੀ ਚੱਕਰ ਦੇ ਵਿੱਚ ਤੁਸੀਂ ਗੱਲ ਕੀਤੀ, ਹਰ ਕੋਈ ਕਹਿ ਦਿੰਦਾ ਕਿ ਫਸਲੀ ਚੱਕਰ ਦੇ ਵਿੱਚ ਉਲਝ ਗਏ। ਉਸ ਤੋਂ ਬਾਹਰ ਆਉਣ ਦਾ ਰਸਤਾ ਜਿਹੜਾ ਕੋਈ ਜ਼ਿਆਦਾ ਨਹੀਂ ਦੱਸਦਾ। ਤੁਸੀਂ ਖੁਦ ਕਿਸਾਨ ਹੋ, ਹੁਣ ਵੀ ਮਤਲਬ ਤੁਹਾਡੇ ਹਾਲ ਦੇਖ ਕੇ ਲੱਗਦਾ ਕਿ ਤੁਸੀਂ ਹਲੇ ਵੀ ਖੇਤਾਂ ਦੇ ਵਿੱਚੋਂ ਕੰਮ ਕਰਦੇ ਬਾਹਰ ਆਏ ਹੋ। ਰਸਤਾ ਕੀ ਹੈਗਾ ਕਿਸਾਨਾਂ ਕੋਲ ਫਸਲੀ ਚੱਕਰ ਤੋਂ ਬਚਣ ਦਾ? ਨਹੀਂ, ਰਸਤਾ ਤਾਂ ਹੈਗਾ ਥੋੜ੍ਹਾ ਜਿਹਾ ਨਾ। ਜਿਹੜਾ ਪੂੰਜੀਵਾਦੀ ਸਿਸਟਮ 'ਚ ਘਿਰ ਗਏ ਸੀ, ਪੂੰਜੀਵਾਦੀ ਖੇਤੀ ਕਰਨ ਲੱਗ ਗਏ ਸੀ ਜ਼ਿਆਦਾ। ਹੁਣ ਜਿਵੇਂ ਫਰਜ਼ ਕਰ ਲਓ, ਜਿਹੜਾ 20 ਕਿੱਲਿਆਂ ਵਾਲਾ ਕਿਸਾਨ ਸੌਖਾ ਵੀ ਆ, ਇੱਕ ਗੱਲ ਸਮਝਣ ਵਾਸਤੇ ਆਪਾਂ ਕਰ ਲੈਂਦੇ ਹਾਂ, ਉਹ ਵੀ ਮਤਲਬ ਹੋਰ ਪੂੰਜੀ ਕਮਾਉਣ ਦੇ ਲਾਲਚ ਦੇ ਵਿੱਚ ਜਦ ਹੁਣ ਆਪਾਂ ਫਿਰ ਕੰਪਨੀਆਂ 'ਤੇ ਨਿਰਭਰ ਹੋ ਜਾਂਦੇ ਹਾਂ, ਉੱਥੇ ਸਵੈ ਨਿਰਭਰਤਾ ਨਹੀਂ ਰਹਿੰਦੀ। ਜਦੋਂ ਆਪਾਂ ਕੰਪਨੀਆਂ 'ਤੇ ਨਿਰਭਰ ਹੋਵਾਂਗੇ, ਫਿਰ ਕਾਰਪੋਰੇਟ ਨੂੰ ਕੁਛ ਬੜਾਵਾ ਆਪਾਂ ਆਪ ਵੀ ਦੇ ਰਹੇ ਹਾਂ ਨਾ। ਇਹ ਨਹੀਂ ਗੱਲ ਅਸੀਂ ਵੀ ਵਿੱਚ ਦੋਸ਼ੀ ਹਾਂ ਉਹਦੇ, ਇਹ ਨਹੀਂ ਗੱਲ ਹੈਗੀ। ਕਿਉਂਕਿ ਕੁਦਰਤੀਓਂ ਜਿਹੜਾ ਕਾਰਪੋਰੇਟ ਸਿਸਟਮ ਆ ਨਾ, ਉਹਨੇ ਸਾਨੂੰ ਗਿਝਾ ਲਿਆ। ਜਿਵੇਂ ਸਾਨੂੰ ਇਹੋ ਜਿਹੇ ਖਾਣੇ ਹੀ ਇਹੋ ਜਿਹੇ ਦੇਤੇ ਵੀ, ਜਿਵੇਂ ਫਰਜ਼ ਕਰ ਲਾ, ਜਿਹੜੀ ਹੁਣ ਆਪਣੀ ਨੌਜਵਾਨ ਪੀੜ੍ਹੀ ਆ, ਉਹ ਜਿਵੇਂ ਕੋਲਡ ਡਰਿੰਕ ਪੀਂਦੀ ਆ, ਪੀਜੇ ਖਾਂਦੀ ਆ, ਬਰਗਰ ਖਾਂਦੀ ਆ। ਇਹਦਾ ਮਤਲਬ ਖੁਰਾਕਾਂ ਤੋਂ ਮਤਲਬ ਹਾਂ, ਉਹਨਾਂ ਨੇ ਆਪਾਂ ਨੂੰ ਇਸ ਹਿਸਾਬ ਨਾਲ ਗਿਝਾ ਲਿਆ ਵੀ ਹਰ ਇੱਕ ਕੰਮ ਪੈਸੇ ਨਾਲ ਹੋਣ ਲੱਗਿਆ। ਜੇ ਆਪਣੇ ਖੇਤਾਂ ਦੇ ਵਿੱਚ ਕੋਈ ਦਰਖਤ ਲਾਏ ਵੇ ਹੁੰਦੇ, ਬੂਟੇ ਲਾਏ ਵੇ ਹੁੰਦੇ, ਆਪਾਂ ਕਿਸਾਨ ਕਹਾਉਂਦੇ ਆ, ਤਾਂ ਥੋੜ੍ਹਾ ਜਿਹਾ ਆਪਾਂ ਉਹ ਚੀਜ਼ਾਂ ਦੀ ਆਪਾਂ ਨੂੰ ਲੋੜ ਨਾ ਪੈਂਦੀ ਇੰਨੀ ਕੰਪਨੀਆਂ ਦੀ ਵੀ ਆਪਾਂ ਨੂੰ। ਜਿਵੇਂ ਹੁਣ ਯਾਰ ਆਪਾਂ ਸਕੰਜਮੀ ਵੀ ਪੀ ਸਕਦੇ ਹਾਂ, ਪਰ ਆਪਾਂ ਜਦੋਂ ਹਰੇਕ ਦੇ ਤੁਸੀਂ ਦੇਖ ਲਓ ਵੀ ਆਪਾਂ ਇੰਨੇ ਗਿੱਝ ਗਏ, ਹਰ ਇੱਕ ਦਾ ਫਰਿੱਜ ਖੋਲ੍ਹ ਕੇ ਦੇਖ ਲਓ ਵੀ ਕੋਲਡ ਡਰਿੰਕ ਦੀ ਬੋਤਲ ਪਈ ਹੋਊਗੀ ਘਰੇ। ਮੇਰਾ ਕਹਿਣ ਦਾ ਮਤਲਬ ਇਹ ਆ ਵੀ ਇਹ ਲੋਕ ਜਾਣੀ ਪਦਾਰਥ 'ਚ ਉਲਝਣ ਕਰਕੇ ਹਰੇਕ ਚੀਜ਼ ਅਮੀਰ ਹੋਣ ਦੀ ਲਾਲਸਾ ਜਿਹੜੀ ਗਾਹਾਂ ਤੋਂ ਗਾਹਾਂ, ਉਹ ਫਿਰ ਹੁਣ ਤੁਸੀਂ ਐਂ ਦੇਖ ਲਓ ਵੀ ਪੂੰਜੀਪਤੀ ਪਹਿਲਾਂ ਬਹੁਤ ਘੱਟ ਗਿਣਤੀ ਦੀ ਆਪਣੇ ਪੂਰੇ ਪੂੰਜੀਪਤੀਆਂ ਦੀ। ਹੁਣ ਪੂੰਜੀਪਤੀ ਖਬਰ ਨਹੀਂ 100 ਪੂੰਜੀਪਤੀ ਇੰਡੀਆ ਦੇ ਵਿੱਚ ਇਹੋ ਜਿਹਾ ਹੋਊਗਾ ਜਿਹਦੇ ਕੋਲ ਬਹੁਤ ਹੀ ਜ਼ਿਆਦਾ ਜਿਹੜੀ ਉਹ ਪੂੰਜੀ ਆ, ਬਹੁਤ ਜ਼ਿਆਦਾ। ਜਿਵੇਂ ਅਬਾਨੀ ਅਡਾਨੀ ਨੇ, ਚਲੋ ਉਦੋਂ ਥੱਲੇ ਹੋਣੇ, ਥੱਲੇ ਲੈਵਲ 'ਤੇ, ਜਾਣੀ ਬਹੁਤ ਜ਼ਿਆਦਾ ਪੂੰਜੀਪਤੀ ਹੋ ਗਏ। ਪਹਿਲਾਂ ਗਿਣਵੇਂ ਹੁੰਦੇ ਸੀ ਕਹਿੰਦੇ 10। ਅੱਛਾ, ਇੱਕ ਸਵਾਲ ਇਹ ਵੀ ਆਉਂਦਾ, ਆਮ ਧਰਨਿਆਂ ਦੇ ਵਿੱਚ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਨੇ, ਹੈ ਨਾ, ਦਿੱਲੀ ਵੀ ਲੱਗਦੇ ਨੇ, ਬੈਨਰਾਂ ਦੇ ਉੱਪਰ ਵੀ, ਪਰ ਇਲਜ਼ਾਮ ਇਹ ਲੱਗਦੇ ਨੇ ਕਿ ਕਿਸਾਨਾਂ ਦੇ ਵਿੱਚ ਆਪਸੀ ਏਕਾ ਨਹੀਂ ਹੈ। ਹੁਣ ਇੱਕ ਪਾਸੇ ਤਾਂ ਸੰਘਰਸ਼ ਚੱਲ ਰਿਹਾ, ਕਹਿੰਦੇ ਕਿ ਉੱਥੇ ਇਕੱਠ ਘਟਣ ਦਾ ਜਾਂ ਕੁਝ ਠੰਡਾ ਪੈਣ ਦਾ ਇਹ ਵੀ ਕਾਰਨ ਆ ਕਿ ਜਿਹੜਾ ਕਿਸਾਨ ਧਰਨੇ ਦੇ ਵਿੱਚ ਆ ਤਾਂ ਪਿੱਛੇ ਤੋਂ ਉਹਨਾਂ ਦੇ ਪਰਿਵਾਰ ਦੀ ਦੇਖਭਾਲ ਜਿਹੜੇ ਨੇ ਹੋਰ ਕਿਸਾਨ ਨਹੀਂ ਕਰਦੇ, ਜਾਂ ਉਹਨਾਂ ਦੀ ਫਸਲ ਦੀ ਦੇਖਭਾਲ ਨਹੀਂ ਕਰਦੇ ਹੈਗੇ। ਨਹੀਂ, ਇਹ ਹਰ ਇੱਕ ਤਾਂ ਨਹੀਂ, ਮਨਫੀ ਤਾਂ ਨਹੀਂ ਹੈਗੀਆਂ ਇਹ ਗੱਲਾਂ। ਕਿਸਾਨ ਜਿਵੇਂ ਹੁੰਦੀ ਵੀ ਆ ਦੇਖਭਾਲ। ਹੁਣ ਜਿਵੇਂ ਸਾਡੇ ਆਪਣੇ ਪਿੰਡ ਦੀ ਉਦਾਹਰਨ ਆ, ਸਾਡੇ ਮੁੰਡਾ ਰਣਜੀਤ ਆਪਣਾ ਬੈਠਾ ਉੱਥੇ, ਉਹ ਬਹੁਤ ਲੰਮਾ ਸਮਾਂ ਬੈਠਾ ਰਿਹਾ, ਉਹਦੀ ਮਦਦ ਪੂਰੀ ਕਰ ਰਹੇ ਨੇ। ਹੁਣ ਇੱਥੇ ਇੱਕ ਉਹਨਾਂ ਟਰੈਕਟਰ ਉੱਥੇ ਖੜਾ ਅੰਦੋਲਨ ਦੇ ਵਿੱਚ, ਟਰੈਕਟਰ ਇੱਥੋਂ ਗੁਰਦੁਆਰਾ ਕਮੇਟੀ ਕੋਲੇ ਜਿਹੜਾ ਸਾਡਾ ਜਾਣੀ ਕਰਤਾ ਧਰਤਾ ਨੇ, ਅਸੀਂ ਉਹੀ ਬਣਾਏ ਹੋਏ ਨੇ। ਪੈਸੇ ਦਾ ਅਸੀਂ ਲੈਣ ਦੇਣ ਅਸੀਂ ਕਰਦੇ ਹਾਂ ਉਹਨਾਂ ਤੋਂ ਲੈ ਕੇ, ਜਿਹੜਾ ਫੰਡ ਆ ਉਹਨਾਂ ਕੋਲੇ ਪਿਆ, ਪਰ ਵਰਤਦੇ ਹਾਂ ਅਸੀਂ ਕਿਸਾਨ ਯੂਨੀਅਨ ਦੇ ਵਿੱਚ। ਜਦੋਂ ਜਿਵੇਂ ਕੋਈ ਬੱਸ ਲੈ ਕੇ ਜਾਣੀ ਆ ਤਾਂ ਅਸੀਂ ਉਹਨਾਂ ਤੋਂ ਪੈਸੇ ਲੈ ਲੈਂਦੇ ਹਾਂ, ਠੀਕ ਆ। ਇੱਕ ਨੇ ਉਹਨਾਂ ਨੇ ਦਿਹਾੜੀ ਦੇ ਉੱਤੇ ਟਰੈਕਟਰ ਸਾਨੂੰ ਲੈ ਕੇ ਦਿੱਤਾ। ਬਾਈ ਹੋਣੀ ਕੁਝ ਕਹਿਣਾ ਚਾਹੁੰਦੇ ਨੇ ਕਿ ਕਿਸਾਨ ਏਕਤਾ ਆਪਾਂ ਨਾਅਰੇ ਲਗਾਉਂਦੇ ਆ, ਇਹੀ ਸਵਾਲ ਬਾਈ ਉਹਨਾਂ ਵਾਲਾ, ਜਸਵੀਰ ਉਹਨਾਂ ਵਾਲੀ, ਹੈ ਨਾ। ਕਿਤੇ ਇਲਜ਼ਾਮ ਇਹ ਨੇ ਕਿ ਕਿਸਾਨਾਂ ਦੇ ਵਿੱਚ ਆਪਸੀ ਏਕਾ ਨਹੀਂ, ਕਿਸਾਨ ਦਾ ਕੰਮ ਨਹੀਂ ਆਉਂਦੇ ਹੈ ਕਿਸਾਨ ਜਿਹੜੇ ਨੇ, ਜੇਕਰ ਕੋਈ ਧਰਨੇ ਦੇ ਵਿੱਚ ਆਪਣੀ ਲਗਾਤਾਰ ਹਾਜ਼ਰੀ ਲਵਾਉਂਦਾ। ਮੈਂ ਇਹਦਾ ਕਲੀਅਰ ਕਰਨਾ ਚਾਹੁੰਦਾ, ਪਹਿਲਾਂ ਤਾਂ ਸੰਯੁਕਤ ਮੋਰਚੇ ਨੂੰ ਐਤਕੀ ਇਹ ਮਤਾ ਪਾਉਣਾ ਚਾਹੀਦਾ ਤਾ ਵੀ ਜੀਰੀ ਦੀ ਫਸਲ ਲਾਉਣੀ ਓ ਨਹੀਂ ਚਾਹੀਦੀ ਸੀ। ਆਪਣੇ ਜੋਗੀਆਂ ਦਾਲਾਂ ਸਬਜ਼ੀਆਂ ਲਾਉਂਦੇ, ਜੀਰੀ ਦਾ ਬਿਲਕੁਲ ਇੱਕ ਪੇਡਾ ਵੀ ਨਹੀਂ ਲਾਉਣਾ ਬਣਦਾ ਤਾ। ਉੱਥੇ ਇਮਾਨਦਾਰੀ ਖਤਮ ਆ। ਜੇ ਆਪਾਂ ਉਹ ਇੱਕੇ ਨਾਲ ਕਰਦੇ ਤਾਂ ਕਰਦੇ, ਨਹੀਂ ਇੱਦਾਂ ਨੇ ਲਾ ਲੈਣੀ ਤੀ, ਇੱਦਾਂ ਨੇ ਉਹਦੇ ਕਰਕੇ ਨਹੀਂ ਹੋਇਆ। ਤੇ ਜਿਹੜੀ ਇਹ ਗੱਲ ਕਹਿੰਦੇ ਮਦਦ ਦੀ, ਮਦਦ ਦਾ ਮੈਂ ਅੱਜ ਸਾਬਤ ਸੂਰਤ ਤੁਹਾਡੇ ਸਾਹਮਣੇ ਖੜਾ। ਪਰਸੋਂ ਇੱਕ ਬਾਈ ਨੇ ਮੈਨੂੰ ਫੋਨ ਕਰਿਆ, ਕਹਿੰਦਾ ਮੈਨੂੰ ਕਿਤੇ ਜਾਇਜ਼ ਰੇਟ ਤੇ 5 ਕਿੱਲੇ ਮਿਲ ਗਏ, ਮੇਰੇ ਕੋਲ ਟਰੈਕਟਰ ਨਹੀਂ ਹੈ। ਆੜਤੀਏ ਨੇ ਜਵਾਬ ਦਿੱਤਾ, ਮੈਂ ਨਹੀਂ ਟਰੈਕਟਰ ਵੀ ਲੈ ਲੈਂਦਾ। ਤਾਂ ਮੈਂ ਪਹਿਲਾਂ ਤਾਂ ਰੁਕ ਗਿਆ, ਮੈਂ ਕਿਹਾ ਮੈਂ ਦੱਸਦਾ ਤੈਨੂੰ, ਪਰ ਮਨ ਕਰਿਆ ਵੀ ਇਹਦੀ ਮਦਦ ਮੈਂ ਕਦੋਂ ਕਰੂੰਗਾ। ਉਹ ਆਉਂਦਾ ਵੀ ਮਜ਼ਦੂਰਾਂ 'ਚੋਂ ਵੀਰ, ਦਲਿਤ ਭਾਈਆਂ 'ਚੋਂ, ਮਜ਼ਦੂਰ ਵਰਗ ਦਾ ਬੰਦਾ,
ਪਰ ਉਹਨਾਂ ਦਾ ਇੱਕ ਬੰਦਾ ਸਾਡੇ ਮੋਰਚੇ ਤੇ ਬੈਠਾ ਹੈ। ਅੱਛਾ, ਮਜ਼ਦੂਰ ਵਰਗ ਦਾ ਹੋ ਕੇ ਕਿਸਾਨਾਂ ਦੇ ਜਿਹੜੇ ਧਰਨੇ ਦੇ ਵਿੱਚ ਇੱਕ ਮਜ਼ਦੂਰ ਭਰਾ ਉੱਥੇ ਹਾਜ਼ਰੀ ਲਵਾ ਰਿਹਾ। ਹਾਂ, ਪਿੰਡ ਭਦੌਛੀ ਤੋਂ ਪੱਕੀ ਹਾਜ਼ਰੀ ਆ ਉਹਦੀ। ਮੇਰਾ ਖਿਆਲ ਇੱਕ ਅੱਧੀ ਵਾਰੀ ਆਇਆ ਹੋਣਾ ਇੱਥੇ, ਪਰ ਉਹ ਪਹਿਰਾ ਦੇ ਰਿਹਾ। ਅਸੀਂ ਵੀ ਹੈਰਾਨ। ਸਾਡਾ ਪਹਿਲਾਂ ਮਾੜੀ ਮੋਟੀ ਛੋਟੀ ਮੋਟੀ ਲਿਹਾਜ਼ ਸੀ, ਚਲੋ ਜਾ ਕੇ ਮਿਲੇ, ਸਾਡੀ ਵੀ ਮੂਹਰਲੀ ਕਤਾਰ 'ਚ ਆ ਗਏ। ਅਸੀਂ ਨਹੀਂ, ਅਗਲਾ ਕਹਿੰਦਾ ਤੂੰ ਕੌਣ ਮੈਂ ਕੌਣ, ਪ੍ਰਧਾਨ ਤੱਕ ਕਦ ਜਾਇਆ ਜਾਵੇ। ਵਧੀਆ ਸਾਨੂੰ ਦ੍ਰਿਸ਼ਟੀ ਲੱਗੀ ਸਾਡੀ ਵੀ ਸਾਡੇ ਇਲਾਕੇ ਦਾ ਬੰਦਾ ਹੈ। ਪਰ ਜਦੋਂ ਉਹਦਾ ਮਾਣ ਹੋਇਆ ਸਾਡਾ। ਪਰ ਉਹਦੇ ਭਰਾ ਨੇ ਜਦੋਂ ਮੈਨੂੰ ਪਰਸੋਂ ਫੋਨ ਕਰਿਆ ਵੀ ਮੈਨੂੰ ਟਰੈਕਟਰ ਚਾਹੀਦਾ ਹੈ, ਪਹਿਲਾਂ ਤਾਂ ਮੈਂ ਦੇਖਾਂ ਵੀ ਕੀ ਕਰਾਂ। ਮੈਂ ਟਰੈਕਟਰ ਸਿੱਧੀ ਬਜਾਈ ਕਰੀ ਆਪਣੀ ਵੀ ਮੈਂ ਗਾਰੇ 'ਚ ਨਹੀਂ ਬਾੜਿਆ। ਮੇਰਾ ਪੁਰਾਣਾ ਟਰੈਕਟਰ ਆ ਵੀ ਉਹਦੇ ਚੱਕਿਆਂ 'ਚ ਗਾਰਾ ਪੈਂਦਾ ਹੈ ਵੀ ਨਾ ਬਾੜਾਂ, ਪੁਰਾਣੀ ਮਸ਼ੀਨਰੀ। ਹਾਂ, ਪੁਰਾਣੀ ਮਸ਼ੀਨਰੀ ਆ। ਪਰ ਮੈਂ ਕਿਹਾ ਮੈਂ ਕਦ ਕੰਮ ਆਊਂ ਇਹਦੇ। ਮੈਂ ਉਹਨੂੰ ਜਦੇ ਲੱਗਦੇ ਹੱਥੇ ਫੋਨ ਕਰਕੇ ਉਹਨੂੰ ਟਰੈਕਟਰ ਦੇਤਾ ਵੀ ਜਿਹੜੇ 5-4 ਕਿੱਲੇ ਨੇ ਤੂੰ ਲਾ ਕੇ ਮੇਰਾ ਟਰੈਕਟਰ ਦੇ ਜੀ, ਇਹ ਚੱਕੇ ਤੂੰ ਸਾਫ਼ ਕਰਾ ਦੀ। ਇੰਨਾ ਕੁ ਉਹਦੇ 'ਤੇ ਵਜਨ ਰੱਖਿਆ, ਫਰੀ ਟਰੈਕਟਰ ਦਿੱਤਾ। ਇਹ ਅਸੀਂ ਪਗਾ ਰਹੇ ਹਾਂ। ਇਹ ਤਾਂ ਇੱਕ ਮੈਂ ਆਪਣੀ ਉਦਾਹਰਨ ਦਿੱਤੀ, ਹੋਰ ਵੀ ਕਰਦੇ ਹੋਣਗੇ, ਕੋਈ ਇਹੋ ਜਿਹੀ ਗੱਲ ਨਹੀਂ। ਇਹ ਸਭ ਨੂੰ ਇਹ ਕਰਨਾ ਬਣਦਾ, ਇਸ ਤਰ੍ਹਾਂ ਕਰਨਾ ਬਣਦਾ ਕਿਸੇ ਦਾ ਵੀ। ਜੋ ਪਾਣੀ ਦੀ ਮੋਟਰ ਆ ਕੋਈ ਆਲੇ ਦੁਆਲੇ ਨੇੜੇ ਲੱਗਦੀ, ਉਹ ਵੀ ਦੇਣੀ ਬਣਦੀ ਆ ਸਹੂਲਤਾਂ, ਤਾਂ ਇਹ ਫਾਇਦਾ ਹੋ ਸਕਦਾ। ਉਹੀ ਇਮਾਨਦਾਰੀ ਦੀ ਗੱਲ ਆ ਗਈ। ਜੇ ਸਾਡੇ 'ਚ ਮੈਨੂੰ ਇਮਾਨਦਾਰੀ ਦੀ ਘਾਟ ਲੱਗਦੀ ਆ, ਮੈਨੂੰ ਹੋਰ ਕਿਸੇ ਗੱਲ ਦੀ ਵੀ ਘਾਟ ਨਹੀਂ ਲੱਗਦੀ। ਅੱਛਾ, ਦੋਨਾਂ ਨੂੰ ਮੇਰਾ ਇੱਕ ਆਖਰੀ ਸਵਾਲ, ਦੋਨੇ ਆਗੂਆਂ ਨੂੰ, ਦੋਨੇ ਕਿਸਾਨਾਂ ਨੂੰ। 6 ਮਹੀਨੇ ਟੱਪ ਗਏ, ਬੀਜੇਪੀ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਕਿ ਕਾਨੂੰਨ ਰੱਦ ਨਹੀਂ। ਹੁਣ ਇਹ ਕਿਸਾਨਾਂ ਦੀ ਡਿਮਾਂਡ ਇਹੀ ਕਿ ਕਾਨੂੰਨ ਰੱਦ ਕਰੋ। ਫਸਲਬਾੜੀ ਵੀ ਸਾਂਭਣੀ ਆ, ਹੁਣ ਜੀਰੀ ਲੱਗ ਰਹੀ ਆ, ਫਿਰ ਹੋਰ ਅੱਗੇ ਵੀ ਸਾਂਭਣੀ ਆ, ਸਪਰੇਅ ਵਗੈਰਾ ਦਾ ਵੀ ਖਿਆਲ ਰੱਖਣਾ, ਫਿਰ ਅੱਗੇ ਵੱਢਣੀ ਵੀ ਆ। ਕਿੰਨਾ ਲੰਬਾ ਸੰਘਰਸ਼ ਤੇ ਕੀ ਕਦਮ ਚੁੱਕੇ ਜਾਣਗੇ ਕਿ ਉੱਥੇ ਇਕੱਠ ਜਿਹੜਾ ਨਾ ਘਟੇ, ਇਸ ਤਰ੍ਹਾਂ ਹੀ ਰਹੇ? ਨਹੀਂ, ਦੇਖੋ, ਜਦੋਂ ਆਪਣੀ ਜ਼ਮੀਨ ਨੂੰ ਬਚਾਉਣ ਦੀ ਗੱਲ ਹੋਵੇ, ਆਪਣੀ ਖੁਰਾਕ ਨੂੰ ਬਚਾਉਣ ਦੀ ਗੱਲ ਹੋਵੇ, ਫਿਰ ਸਾਰਾ ਕੁਝ ਕਰਨਾ ਪੈਂਦਾ। ਫਿਰ ਲੜਾਈ ਲੰਬੀ ਵੀ ਲੜਨੀ ਪੈਂਦੀ ਆ। ਸਰਕਾਰਾਂ ਨਾਲ ਪੇਚਾ ਪਿਆ ਵਾ। ਜੇ ਸਰਕਾਰਾਂ ਨਾਲ ਲੜਾਈ ਲੜਨੀ ਆ ਤਾਂ ਪੂਰਾ ਤਹੀਏ ਨਾਲੇ ਲੜਨੀ ਪਊਗੀ। ਇਹ ਨਹੀਂ ਗੱਲ ਵੀ ਢਿੱਲੇ ਹੋ ਕੇ ਲੜ ਜੂਗੀ। ਹੁਣ ਤਾਂ ਬਹੁਤ ਵਧੀਆ ਸਿਸਟਮ ਤਾਂ ਬਹੁਤ ਵਧੀਆ ਬਣਾਇਆ ਹੋਇਆ ਲੜਨ ਦਾ, ਇਹੋ ਜਿਹੀ ਗੱਲ ਨਹੀਂ। ਜਿਹੜੇ ਹਿਸਾਬ ਨਾਲ ਪਿੰਡਾਂ ਦੇ ਵਿੱਚ ਮਤੇ ਪੈ ਗਏ ਵੀ ਜਿਹੜਾ ਨਹੀਂ ਜਾਊਗਾ ਜੁਰਮਾਨਾ ਹੋਊਗਾ, ਇਹ ਇੱਕ ਵਿਧੀ ਤਾਂ ਬਹੁਤ ਵਧੀਆ। ਅੱਛਾ, ਇਹ ਤੁਸੀਂ ਨੇ ਅਗਲਾ ਸਵਾਲ ਆਪਣੀ ਗੱਲ ਦੇ ਵਿੱਚੋਂ ਹੀ ਕੱਢ ਦਿੱਤਾ ਕਿ ਮਤੇ ਪੈ ਗਏ, ਚੰਗੀ ਗੱਲ, ਪਰ ਜੁਰਮਾਨਾ। ਕਾਫੀ ਕੰਪਲੇਂਟਸ ਇਹ ਆਈਆਂ ਨੇ ਕਿ ਉੱਥੇ ਫਿਰ ਧੱਕਾ ਵੀ ਕਰਦੇ ਨੇ ਕਿ ਜੇਕਰ ਨਹੀਂ ਕੋਈ ਮਜਬੂਰੀ ਹੋ ਜਾਂਦੀ, ਨਹੀਂ ਜਾਇਆ ਜਾਂਦਾ, ਫਿਰ ਉੱਥੇ ਜੁਰਮਾਨਾ ਦੇਣ ਨੂੰ ਧੱਕਾ ਕਰਦੇ ਨੇ। ਕੋਈ ਹੁਣ ਐਸਾ ਹੁੰਦਾ ਕਿ ਜੁਰਮਾਨਾ ਦੇ ਸਕਦਾ, ਹਾਲਾਤ ਘਰ ਦੇ ਐਸੇ ਹੁੰਦੇ ਨੇ, ਕਈ ਹੁੰਦੇ ਨੇ ਕਿ ਜੁਰਮਾਨਾ ਨਹੀਂ ਦੇ ਸਕਦੇ, ਪਰ ਜ਼ਬਰਦਸਤੀ ਉਹਨਾਂ ਦੇ ਨਾਲ ਵੀ ਕੀਤੀ ਜਾਂਦੀ ਹੈ ਕਿ ਹਾਂ ਤੁਸੀਂ ਜੁਰਮਾਨਾ ਦਿਓ। ਨਹੀਂ, ਉਹ ਐਂ ਹੁੰਦੀ ਆ ਗੱਲ। ਜਿਹੜੇ ਪਿੰਡਾਂ 'ਚ ਅਸੀਂ ਲੋਕ ਵਿਚਰਦੇ ਆ ਨਾ, ਜਿਵੇਂ ਕੁਦਰਤੀਓ ਗੱਲ, ਹਰ ਇੱਕ ਚੀਜ਼ ਦਾ ਤਜਰਬਾ ਹੋ ਜਾਂਦਾ ਬੰਦੇ ਨੂੰ। ਜਦੋਂ ਆਪਾਂ ਪਿੰਡਾਂ ਦੇ ਵਿੱਚ ਫੰਡ ਇਕੱਠਾ ਕਰਨ ਜਾਂਦੇ ਹਾਂ, ਹੁਣ ਅਸੀਂ ਜਾਂਦੇ ਰਹਿੰਦੇ ਹਾਂ ਫੰਡ ਇਕੱਠਾ ਕਰਨ ਪਹਿਲਾਂ ਤੋਂ ਹੀ, ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਬੰਦੇ ਦੀ ਕਹੇ ਜਿਹੀ ਹਾਲਤ ਆ। ਕਈ ਬੰਦੇ ਹੁਣ ਸਭ ਕੁਝ ਹੁੰਦੇ ਹੋਏ ਵੀ ਪੈਰ ਦੱਬਦੇ ਨੇ। ਪੈਰ ਉਹ ਸਾਰੇ ਪਾਸੇ ਨੂੰ ਦੱਬਦੇ ਨੇ ਵੀ ਨਾ ਤਾਂ ਉਹ ਪੈਸੇ ਦੇ ਕੇ ਰਾਜੀ ਨੇ, ਨਾ ਉਹ ਸੰਘਰਸ਼ 'ਚ ਜਾਣ ਨੂੰ ਤਿਆਰ ਨੇ। ਇਸ ਕਰਕੇ ਜਦੋਂ ਪਿੰਡ ਦੇ ਇਕੱਠੇ ਹੋ ਜਾਂਦੇ ਨੇ ਨਾ ਬੰਦੇ, ਫਿਰ ਪ੍ਰਭਾਵ ਵੀ ਪੈਂਦਾ, ਫਿਰ ਉਹਨਾਂ ਨੂੰ ਦਬਣਾ ਵੀ ਪੈਂਦਾ। ਕਿਉਂ? ਇਹ ਤਾਂ ਇੱਕ ਸਾਂਝਾ ਸੰਘਰਸ਼ ਆ, ਹਰ ਇੱਕ ਦੇ ਲੋਕਾਂ ਦੀ ਲੋਕ ਲਹਿਰ ਹੈ, ਲੋਕਾਂ ਦੀ ਖੇਤੀ ਦਾ ਸੰਘਰਸ਼ ਆ। ਉੱਥੇ ਸਾਰੇ ਜਾਂ ਭਾਈਚਾਰਾ ਸਾਡਾ ਸਾਂਝਾ ਹੋ ਕੇ ਕੋਈ ਦਬਾਅ ਬਣਾਉਂਦਾ ਉਹਨਾਂ 'ਤੇ, ਫਿਰ ਉਹਨਾਂ ਨੂੰ ਐਂ ਨਹੀਂ ਹੈਗਾ ਵੀ ਉਹਨਾਂ ਨੂੰ ਕਿਸੇ ਕਮਜ਼ੋਰ ਬੰਦੇ ਨੂੰ ਆਪਾਂ ਨੇ ਦੱਬਣਾ। ਐਂ ਤਾਂ ਕਮਜ਼ੋਰ ਬੰਦਿਆਂ ਨੂੰ ਅਸੀਂ ਜਦ ਫੰਡ ਲੈਣ ਜਾਂਦੇ ਹਾਂ, ਕਈ ਵਾਰ ਅਗਲਾ 500 ਦੇਣੇ ਵਾਲੇ ਬੰਦੇ 1000 ਰੁਪਈਆ ਵੀ ਦੇ ਦਿੰਦੇ ਨੇ, ਦਰਿਆਦਲੀ ਵੀ ਦਿਖਾਉਂਦੇ ਨੇ। ਕਈ ਬੰਦੇ ਜ਼ਿਆਦਾ ਦੇਣ ਯੋਗ ਹੁੰਦੇ ਨੇ, ਉਹ ਥੋੜ੍ਹਾ ਦੇ ਕੇ ਵੀ ਆਪਣਾ ਜਾਣੀ ਕੰਮ ਚਲਾ ਲੈਂਦੇ ਨੇ, ਵੀ ਉਹ ਫਿਰ ਇੰਨੇ ਕੁ ਨਾਲੇ ਕਹਿ ਦਿੰਦੇ ਨੇ ਵੀ ਸਾਡੀ ਤਾਂ ਇੰਨੀ ਕੁ ਸ਼ਰਧਾ। ਹਾਲਾਂਕਿ ਇਹ ਸ਼ਰਧਾ ਦੀਆਂ ਗੱਲਾਂ ਨਹੀਂ ਹੁੰਦੀਆਂ। ਇਹ ਜਿੰਨਾ ਬੰਦਾ ਦੇਣ ਜੋਗਾ ਹੁੰਦਾ, ਇਹ ਲੋਕਾਂ ਨੂੰ ਇਹ ਸਮਝ ਹੁੰਦੀ ਆ ਵੀ ਕਿਹੜਾ ਬੰਦਾ ਕਿੰਨਾ ਦੇਣ ਜੋਗਾ। ਉਸੇ ਹਿਸਾਬ ਨਾਲ ਲੋਕ ਉਹਨਾਂ ਨੂੰ ਸਵਾਲ ਕਰਦੇ ਨੇ, ਉਸੇ ਹਿਸਾਬ ਨਾਲ ਇਹ ਫੰਡ ਇਕੱਠਾ ਕੀਤਾ ਜਾਂਦਾ ਹੁੰਦਾ। ਬਲਵਿੰਦਰ ਬਾਈ ਤੋਂ ਵੀ ਆਹੀ ਸਵਾਲ ਆ, ਜਿੱਤ ਕਿੰਨੀ ਦੂਰ? ਜਿੱਤ ਤਾਂ ਮੇਰਾ ਖਿਆਲ ਅਸੀਂ ਜਿੱਤ ਗਏ। ਜਿੱਤ ਇਸ ਤਰ੍ਹਾਂ ਗਏ, ਜਿਹੜੀ ਸਾਡੀ ਉੱਥੇ ਸੰਯੁਕਤ ਮੋਰਚੇ ਦੀ ਸਟੇਜ ਆ, ਹਰ ਇੱਕ ਵਰਗ ਉੱਥੇ ਬੋਲ ਚੁੱਕਿਆ, ਚਾਹੇ ਉਹ ਕਿਸੇ ਹੋਰ ਸਟੇਟ ਦਾ, ਚਾਹੇ ਕੋਈ ਜਾਤੀ ਤੌਰ 'ਤੇ ਲਾ ਲਓ, ਕਿਸੇ ਕਿਸਮ 'ਤੇ ਲਾ ਲਓ, ਵੀ ਹਰੇਕ ਬੋਲ ਗਿਆ। ਅਸੀਂ ਉੱਥੇ ਖੁਸ਼ੀ ਵੀ ਪ੍ਰਗਟਾਈ ਹੈ ਇੱਕ ਦਿਨ ਵੀ ਕੇਰਲਾ ਤੋਂ ਆ ਕੇ ਇੱਕ ਅੰਗਰੇਜ਼ੀ 'ਚ ਭਾਸ਼ਣ ਦਿੰਦਾ, ਉਹਦਾ ਉਲਥਾ ਹਿੰਦੀ 'ਚ ਹੋ ਰਿਹਾ। ਕਿੱਡੀ ਬੜੀ ਸਟੇਜ ਆ, ਉਹਨੂੰ ਸਟੇਜ ਮੰਨੀਏ ਜਿਹੜੀ ਸਾਡੀ ਪ੍ਰਾਪਤੀ ਹੈ। ਇਹ ਅਸੀਂ ਤਾਂ ਆਪਣੀ ਜਿੱਤੇ ਮੰਨਦੇ ਹਾਂ। ਉਹ ਢੀਠ ਹੋਇਆ ਵਾ ਜਿਹੜਾ ਉਹ ਆਪਣਾ ਅਡਾਨੀਆਂ ਬਾਨੀਆਂ ਨਾਲ ਉਹ ਕਰਕੇ ਇਕਰਾਰਨਾਮੇ ਗਾਹਾਂ ਸਾਡੇ ਨਾਲ ਕੈਂਸਲ ਨਹੀਂ ਕਰ ਰਿਹਾ ਇੱਧਰਲੇ, ਉਹ ਅੜਿਆ ਬੈਠਾ। ਕੋਈ ਇਹੋ ਜਿਹੀ ਗੱਲ ਨਹੀਂ, ਅਸੀਂ ਜਿੱਤੇ ਪਈਆਂ। ਕਿਸਾਨ ਆਗੂਆਂ ਦੇ ਨਾਲ ਸਾਡੀ ਗੱਲਬਾਤ ਇਹ ਚੱਲੀ, ਕਿਤੇ ਨਾ ਕਿਤੇ ਇਹਨਾਂ ਨੂੰ ਵੀ ਪਤਾ ਹੈ ਕਿ ਏਕੇ ਦੀ ਘਾਟ ਜਿਹੜੀ ਆ ਹੈਗੀ ਆ। ਕਿਸਾਨ ਆਗੂ ਬਾਈ ਬਲਵਿੰਦਰ ਉਹਨਾਂ ਨੇ ਕਿਹਾ ਕਿ ਜਿੱਤ ਤਾਂ
ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਚੁੱਕੀਆਂ ਨੇ, ਪਰ ਇੱਕ ਐਲਾਨ ਜਿਹੜਾ ਰਸਮੀ ਐਲਾਨ ਜਿਹੜਾ ਹੋਣਾ ਬਾਕੀ ਆ। ਇਕੱਠ ਦੀ ਗੱਲ ਕੀਤੀ, ਜਿੱਥੇ ਰਿਪੋਰਟਸ ਇਹ ਆ ਰਹੀਆਂ ਨੇ ਕਿ ਇਕੱਠ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਪਰ ਘਟ ਚੁੱਕਿਆ, ਪਰ ਇਹਨਾਂ ਦਾ ਕਹਿਣਾ ਕਿ ਉੱਥੇ ਦੇ ਹਾਲਾਤ ਅਸੀਂ ਨੇ ਲਾਈਵ ਦੇਖੇ ਨੇ, ਇਦਾਂ ਦੀ ਕੋਈ ਗੱਲ ਨਹੀਂ, ਪੂਰੀ ਤਰ੍ਹਾਂ ਮੋਰਚਾ ਪਹਿਲੇ ਦਿਨ ਦੀ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਆ। ਕਿਸਾਨ ਏਕਤਾ ਦੀ ਗੱਲ ਬਾਰ-ਬਾਰ ਨਿਕਲ ਕੇ ਸਾਹਮਣੇ ਆਉਂਦੀ ਕਿ ਏਕਤਾ ਤਾਂ ਨਾਰਾ ਤਾਂ ਲਾਉਂਦੇ ਆ, ਪਰ ਜਿਹੜੀ ਏਕਤਾ ਗਰਾਊਂਡ ਲੈਵਲ ਤੇ ਦੇਖਣ ਨੂੰ ਨਹੀਂ ਮਿਲਦੀ। ਬਾਈ ਉਹਨਾਂ ਨੇ 1-2 ਮਿਸਾਲਾਂ ਵੀ ਜਿਹੜੀਆਂ ਦਿੱਤੀਆਂ ਨੇ। ਸਾਡੀ ਇਹ ਕਵਰੇਜ ਬਾਈ ਉਹਨਾਂ ਦੇ ਨਾਲ ਕੋਸ਼ਿਸ਼ ਅਸੀਂ ਨੇ ਕੀਤੀ ਕਿ ਕਿਸਾਨੀ ਦੇ ਸੰਘਰਸ਼ ਦੇ ਉੱਪਰ ਜੋ ਤਾਜ਼ਾ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਗੱਲਬਾਤ ਪਸੰਦ ਆਈ ਹੋਊਗੀ। ਪ੍ਰਾਈਡ ਪੰਜਾਬ ਟੀਵੀ ਦੇਖਦੇ ਰਹੋ। ਅਗਲੀ ਕਵਰੇਜ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।